ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੁਹਾਡੀ ਪਾਰਟੀ ਦਾ ਉੱਪਰ ਗੱਠਜੋੜ ਵੀ ਹੋ ਗਿਆ ਤੇ ਫਿਰ ਪੰਜਾਬ ਦੇ ਵਿੱਚ ਕੀ ਸਥਿਤੀ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਪਾਰਟੀ ਪੱਧਰ ਤੇ ਸਹਿਯੋਗ ਮਿਲਦਾ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਜਦੋਂ ਤੁਹਾਡੇ ਤੇ ਪਰਚਾ ਹੋਇਆ ਉਦੋਂ ਵੀ ਮੈਂ ਦੇਖਿਆ ਕਿ ਤੁਸੀਂ ਅਪੀਲ ਵੀ ਕੀਤੀ ਸੀ ਕਿ ਪਾਰਟੀ ਮੇਰੇ ਹੱਕ ਦੇ ਵਿੱਚ ਖੜੂਗੀ ਕਿਉਂਕਿ ਮੈਂ ਪਾਰਟੀ ਦੀ ਲੋਕਾਂ ਦੀ ਲੜਾਈ ਲੜ ਰਿਹਾ ਸਰਕਾਰ ਦੇ ਖਿਲਾਫ। ਪਰ ਆਸ਼ੂ ਦੇ ਹੱਕ ਦੇ ਵਿੱਚ ਸਾਧੂ ਸਿੰਘ ਧਰਮ ਦੇ ਸੋਧ ਦੇ ਹੱਕ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਧਰਨੇ ਲੱਗ ਰਹੇ ਆ ਜਿਹੜੇ ਕਿ ਕਰਪਸ਼ਨ ਦੇ ਵਿੱਚ ਫਸੇ। ਜਿਹੜੇ ਲੋਕਾਂ ਦੀ ਲੜਾਈ ਲੜਨ ਵਾਲੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਹੱਕ ਦੇ ਵਿੱਚ ਕਾਂਗਰਸ ਖੜਦੀ ਦਿਖਾਈ ਨਹੀਂ ਦਿੱਤੀ। ਵੈਸੇ ਤਾਂ ਤੁਹਾਡੇ ਬਾਰੇ ਜਾਣਿਆ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਬਿਨਾਂ ਫੈਕਟ ਤੋਂ ਕੋਈ ਗੱਲ ਜਿਹੜੀ ਆ ਉਹ ਕਰਦੇ ਨਹੀਂ, ਪਰ ਜਿੱਥੇ ਤੁਸੀਂ ਜਾ ਰਹੇ ਹੋ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ। ਅਸੀਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਉਹਨਾਂ ਦੀਆਂ ਦੇਖਦੇ ਰਹੇ ਹਾਂ ਔਰ ਉਹ ਜਿਹੜਾ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਜਿਹੜਾ ਉਹ ਕਰ ਰਹੇ ਸੀਗੇ, ਜਿਹੜਾ ਨਸ਼ਾ ਛਡਾਉਣ ਦੀ ਜਿਹੜੀ ਉਹ ਗੱਲ ਕਰ ਰਹੇ ਸੀ। ਬਿਲਕੁਲ। ਪਰ ਦੂਜੇ ਪਾਸੇ ਪੁਲਿਸ ਕਹਿੰਦੀ ਹੈ ਕਿ ਤਾਂ ਆਪ ਨਸ਼ੇੜੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕੀ ਐਨਾਲਿਸਿਸ ਕੀਤਾ ਜਿਹੜਾ ਅੱਜ ਜਾ ਰਹੇ ਨੇ ਉੱਥੇ? ਪਹਿਲਾਂ ਮੈਨੂੰ ਦੱਸੋ ਕਿ ਪੰਜਾਬ ਪੁਲਿਸ ਦੀ ਕੋਈ ਕ੍ਰੈਡੀਬਿਲਿਟੀ ਹੈ? ਇਹਨਾਂ ਤੇ ਕੋਈ ਭਰੋਸਾ ਕਰਦਾ ਵਾ? ਇਹ ਜੇ ਕੋਈ ਯਤਨ ਕਰਨਗੇ ਕਿ ਠੀਕ ਤੱਥ ਵੀ ਪੇਸ਼ ਕਰੀਏ, ਇਹਨਾਂ ਨੇ ਆਪਣੀ ਕ੍ਰੈਡੀਬਿਲਿਟੀ ਇੰਨੀ ਵਿਗਾੜ ਲਈ ਆ ਓਵਰ ਅ ਪੀਰੀਅਡ ਆਫ ਇਅਰਸ ਕਿ ਪੰਜਾਬ ਪੁਲਿਸ ਦੀ ਕਿਸੇ ਗੱਲ ਤੇ ਕੋਈ ਲੋਕੀ ਯਕੀਨ ਨਹੀਂ ਕਰਦੇ। ਜਿਹੜੇ ਵੀ ਇਹਨਾਂ ਨੇ ਗੱਲਾਂ ਪ੍ਰੋਪੇਗੈਂਡਾ ਕੀਤਾ, ਉਹਦਾ ਕੁਝ ਸ਼ਾਇਦ ਡੋਪ ਟੈਸਟ ਪਬਲਿਕ ਡੋਮੇਨ 'ਚ ਲਿਆਂਦਾ, ਇੱਕ ਔਰਤ ਤੋਂ ਘੁਆਇਆ, ਝੂਠ ਬੁਲਵਾਇਆ, ਉਹ ਸਾਰਾ ਕੁਝ ਜਿਹੜਾ ਸੀਗਾ ਉਹ ਲੋਕਾਂ ਨੇ ਟਰੈਸ਼ ਕਰਤਾ। ਪਰ ਅਗਰ ਇਹ ਸਮਝਦੇ ਕਿ ਅਸੀਂ ਪੁਲਿਸ ਦਾ ਸਹਾਰਾ ਲੈ ਕੇ ਅਸੀਂ ਕਿਸੇ ਦੀ ਆਵਾਜ਼ ਦਬਾ ਸਕਦੇ ਹਾਂ, ਚਾਹੇ ਉਹ ਪਰਮਿੰਦਰ ਸਿੰਘ ਝੋਟੇ ਦੀ ਆ ਤੇ ਚਾਹੇ ਉਹ ਖਹਿਰੇ ਦੀ ਆ ਤੇ ਚਾਹੇ ਕਿਸੇ ਹੋਰ ਦੀ ਆ, ਇਹ ਭਗਵੰਤ ਮਾਨ ਫੇਰ ਇਹਦਾ ਮਤਲਬ ਪੰਜਾਬ ਦੇ ਵਿਰਸੇ ਨੂੰ ਤੇ ਆ ਜਿਹੜੇ IPS ਅਫਸਰ ਆ ਜਿਹੜੇ ਹੱਥ ਠੋਕੇ ਬਣੇ, ਇਹਦਾ ਮਤਲਬ ਪੰਜਾਬ ਦੇ ਵਿਰਸੇ ਬਾਰੇ ਨਹੀਂ ਇਹਨਾਂ ਨੂੰ। केजरीवाल ने ਤੁਹਾਨੂੰ ਯਾਦ ਹੋਣਾ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਹਮ ਤੋਂ 3 ਮਹੀਨੇ में ड्रग्स खत्म कर देंगे, ठीक है। 3 ਮਹੀਨੇ ਛੱਡ ਕੇ 16-18 ਮਹੀਨੇ ਹੋ ਗਏ ਨੇ। ਇਹਨਾਂ ਨੇ ਬਾਹਰ ਸਟੇਟਾਂ ਦੇ ਵਿੱਚ ਜਾ ਕੇ ਕਹਿ ਵੀ ਦਿੱਤਾ ਕਿ ਨਸ਼ਾ ਖਤਮ ਕਰ ਦਿਓ। ਬਾਹਰ ਜਾ ਕੇ ਜੋ ਮਰਜ਼ੀ ਝੂਠ ਬੋਲੀ ਜਾਣ, ਲੇਕਿਨ ਪੰਜਾਬ ਦੀ ਜ਼ਮੀਨੀ ਹਕੀਕਤ ਹੈ ਕਿ ਇੱਥੇ ਬੇਤਹਾਸ਼ਾ ਨਸ਼ਾ ਵਾ। ਜਿੱਦਾਂ ਦਾ ਪਹਿਲਾਂ ਸੀ ਉਹਦੇ ਨਾਲੋਂ ਵਧਿਆ ਹੀ ਹੋਊਗਾ, ਉਹਨੂੰ ਘਟਿਆ ਨਹੀਂ। ਨੌਜਵਾਨ ਮਰ ਰਹੇ ਨੇ, ਲੜਕੀਆਂ ਤੱਕ ਪਹੁੰਚ ਗਿਆ ਸਿਰਿੰਜਸ, ਔਰ ਇੱਥੇ ਹੀ ਬਸ ਨਹੀਂ, ਪੁਲਿਸ ਵਿੱਚ ਨਾਲ ਇਨਵੋਲਵਡ ਹੈ। ਕਦੀ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਜਦ ਤੱਕ ਪੁਲਿਸ ਦੀ ਇਨਵੋਲਵਮੈਂਟ ਹੈ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੁਖਿੰਦਰ ਕਿ ਜਿਨ੍ਹਾਂ ਤੇ ਐਕਸ਼ਨ ਬਣਦਾ ਅੱਜ ਪੰਜਾਬ ਦੇ ਵਿੱਚ, ਉਹਨਾਂ ਤੇ ਕਿਉਂ ਨਹੀਂ ਹੋ ਰਿਹਾ? ਕਟਾਰੂ ਚੱਕ ਤੇ ਕਿਉਂ ਨਹੀਂ ਐਕਸ਼ਨ ਕੀਤਾ? ਸਾਰੀ ਪੁਲਿਸ ਨੇ ਉਹਦੀ ਹਿਫਾਜ਼ਤ ਵਿੱਚ ਆਈ ਹੈ। ਉਹ ਕਹਿੰਦੇ ਜੀ ਉਹ ਮੁੰਡੇ ਨੇ ਜੀ ਉਹਦਾ ਆਪਣਾ ਕੰਪਲੇਂਟ ਵਾਪਸ ਲੈ ਲਈ। ਕੰਪਲੇਂਟ ਵਾਪਸ ਲੈਣ ਨਾਲ ਗੁਨਾਹ ਤਾਂ ਨਹੀਂ ਖਤਮ ਹੋ ਗਿਆ। ਵੀਡੀਓਜ਼ ਤਾਂ ਪਬਲਿਕ ਡੋਮੇਨ 'ਚ ਹੈ। ਸਰਬਜੀਤ ਕੌਰ ਮਾਣੂਕੇ ਤੇ ਕਿਉਂ ਨਹੀਂ ਐਕਸ਼ਨ ਲਿਆ? ਅਖੇ ਜੀ ਚਾਬੀਆਂ ਵਾਪਸ ਕਰਾਤੀਆਂ, ਚਾਬੀਆਂ ਨਾਲ ਕ੍ਰਾਈਮ ਮੁੱਕ ਗਿਆ ਵਾ। ਜਿਹੜਾ ਅਟਾਰਨੀ ਝੂਠੀ ਬਣੀ, ਰਜਿਸਟਰੀ ਝੂਠੀ ਹੋਈ, ਉਸ ਨੂੰ ਇੱਕ ਬਕਾਇਦਾ ਆਰਗੇਨਾਈਜ਼ ਤਰੀਕੇ ਨਾਲ ਸਰਬਜੀਤ ਦੀ ਸ਼ਹਿ ਦੇ ਨਾਲ ਕਰਮ ਸਿੰਘ ਤੇ ਅਸ਼ੋਕ ਕੁਮਾਰ ਨੇ ਰਲ ਕੇ ਉਹਦੀ ਕੋਠੀ ਤੇ ਨਜਾਇਜ਼ ਕਬਜ਼ਾ ਕੀਤਾ, ਸੜਕ ਬਣੀ, ਆਲਟਰੇਸ਼ਨ ਕੀਤੀ, ਸੜਕ ਬਣਾਈ, ਕਮਰੇ ਬਣਾਏ, ਭੰਨਤੋੜ ਕੀਤੀ। ਉਹ ਜਿਹੜਾ ਇੱਕ ਦੀਪ ਕੰਬੋਜ ਆ ਬੋਰ ਵਾਲਾ ਜਿਹੜਾ ਬਦਫੈਲੀ ਕਰਦਾ ਫੜਿਆ ਗਿਆ ਔਰਤ ਨਾਲ ਵੀਡੀਓ ਦੇ ਉੱਤੇ, ਬਿਲਕੁਲ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ। ਗੋਲਡੀ ਕੰਬੋਜ ਜਿਹੜਾ ਇਹਨਾਂ ਦਾ ਹੈਗਾ ਜਲਾਲਾਬਾਦ ਵਾਲਾ, ਨਿਤ ਦਿਨ ਉਹਦਾ ਦਿਖਾਤਾ। ਸਾਡੇ ਨੌਜਵਾਨ ਯੂਥ ਕਾਂਗਰਸ ਦੇ ਨੇ ਵੀਡੀਓ ਤੇ ਸਬੂਤ ਪੇਸ਼ ਕਰਤੇ ਕਿ ਜਲਾਲਾਬਾਦ ਦੇ ਬੱਸ ਅੱਡੇ ਦੇ ਵਿੱਚ ਉਹਦਾ ਘਰ ਆਉਂਦਾ ਵਾ। ਇਹਦੇ ਨਾਲੋਂ ਜ਼ਿਆਦਾ ਘਟੀਆ ਬੰਦਾ, ਇਹਦੇ ਨਾਲੋਂ ਬੰਦਾ ਥਰਡ ਰੇਟ ਜਿਹੜਾ ਆਦਮੀ ਭਗਵੰਤ ਮਾਨ ਵਰਗਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ। ਔਰ ਇਹ ਕੀ ਸਮਝਦਾ ਕਿ ਕੋਈ ਸਾਰੀ ਜ਼ਿੰਦਗੀ ਲਈ ਚੀਫ ਮਿਨਿਸਟਰ ਬਣ ਗਿਆ? ਸਮਾਂ ਬਦਲਦਾ ਹੁੰਦਾ ਵਾ। ਨਹੀਂ ਤੇ ਬੜੇ ਵੱਡੇ ਤਾਨਾਸ਼ਾਹ ਮੁਗਲਾਂ ਵਰਗੇ ਨਹੀਂ ਰਹੇ, ਲੱਭੇ ਨਹੀਂ। ਅੱਜ ਔਰੰਗਜ਼ੇਬ ਦੀ ਮੜੀ ਤੇ ਜਾਂਦਾ ਕੋਈ? ਬੜੇ ਵੱਡੇ ਜ਼ਾਲਮ ਆਏ ਜਿਹੜੇ ਕਹਿੰਦੇ ਅਸੀਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ, ਲੱਭਾ ਕੋਈ? ਗਿਰੇਬਾਨ ਝਾਤੀ ਮਾਰਨੀ ਚਾਹੀਦੀ। ਔਰ ਜਿਹੜੇ ਕੁਝ ਪੁਲਿਸ ਵਾਲੇ ਨਾਲ ਜਿਹੜੇ ਐਕਟਿੰਗ ਕਰਦੇ ਨੇ ਇਹਨਾਂ ਜਿਹੜੇ ਇਹਨਾਂ ਦੇ, ਮੈਂ ਹੈਰਾਨ ਹਾਂ ਕਿ ਇੱਕ ਜਲੰਧਰ ਦਾ DIG IPS ਅਫਸਰ ਹੈ। ਅੱਛਾ, ਵਾਟ ਬਿਜ਼ਨਸ ਹੈਜ਼ ਹੀ ਗੋਟ ਟੂ ਬਾਈਪਾਸ ਦੀ ਇੰਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਪੂਰਥਲਾ ਤੇ ਉਹ ਪਰਸਨਲ ਇੰਟਰਸਟ ਲੈ ਕੇ ਮੇਰੇ ਉੱਤੇ ਸਾਡੀਆਂ ਔਰਤਾਂ ਨੂੰ ਇੰਪਲੀਕੇਟ ਕਰਾ ਰਿਹਾ ਵਾ। ਕੀ IPS ਦਾ ਕੰਮ ਇਹ ਹੈ? IPS ਦਾ ਕੰਮ ਹੈਗਾ ਵਾ ਆ ਚੋਰਾਂ ਠੱਗਾਂ ਨੂੰ, ਡਾਕੂਆਂ ਨੂੰ, ਆ ਜਿਹੜੇ ਕਟਾਰੂ ਚੱਕ ਕਰਕੇ ਬਦਮਾਸ਼ ਨੇ, ਜਿਹੜੇ ਨੌਜਵਾਨਾਂ ਨੂੰ ਐਕਸਪਲੋਇਟ ਕਰ, ਉਹਨਾਂ ਦੇ ਖਿਲਾਫ ਕੋਈ ਨਹੀਂ ਕਾਰਵਾਈ ਕਰਦੇ। ਇਹਨਾਂ ਨੂੰ, ਇਹਨਾਂ ਦੇ MLA ਦੇ ਜਦੋਂ ਜਾਂਦੇ ਨੇ, ਜਦੋਂ ਲੋਕੀ ਇਹਨਾਂ ਦੇ ਗਲ ਪੈਂਦੇ ਨੇ ਜਾਂ ਇਹਨਾਂ ਨੂੰ, ਇਹ ਲੋਕਾਂ ਨੂੰ ਧੱਕੇ ਮਾਰਦੇ ਨੇ, ਲੋਕਾਂ ਨਾਲ ਬਦਮਾਸ਼ੀ ਕਰਦੇ ਨੇ। ਪੁਲਿਸ ਦਾ ਕੰਮ ਤਾਂ ਆਮ ਆਦਮੀ ਪਾਰਟੀ ਨੇ ਸਾਰੇ ਅਕਾਲੀਆਂ ਦੇ ਤੇ ਕਾਂਗਰਸ ਦੇ ਰਿਕਾਰਡ ਤੋੜ ਦਿੱਤੇ ਬਦਮਾਸ਼ੀ ਕਰਾਉਣ ਵਿੱਚ। ਇਹਨਾਂ ਨੇ ਆਪਣੇ ਹੁਣ ਜਿੱਦਾਂ ਇੱਕ ਪਰਸਨਲ ਬਦਮਾਸ਼ ਰੱਖੇ ਹੋਏ ਨੇ। ਔਰ ਲੈਟ ਮੀ ਟੈਲ ਯੂ, ਇਹ ਸਾਰੇ ਪੁਲਿਸ ਆਫਸਰਸ ਇਹ ਜੋ ਕੁਝ ਕਰ ਰਹੇ ਨੇ ਪੰਜਾਬ ਦੇ ਵਿੱਚ, ਇਹ ਸਾਰਾ ਰਿਕਾਰਡ ਤਿਆਰ ਹੋ ਰਿਹਾ ਵਾ। ਮੈਂ ਕੋਈ ਥ੍ਰੈਟਨ ਨਹੀਂ ਕਰ ਰਿਹਾ,
ਮੈਂ ਨਹੀਂ ਕਹਿ ਰਿਹਾ ਕਿ ਮੈਂ ਬਣੂਗਾ ਤਾਂ ਐਂ ਕਰੂੰਗਾ। ਜਿਹੜੀ ਵੀ ਸਰਕਾਰ ਨਵੀਂ ਬਣੇਗੀ, ਤੁਹਾਡਾ ਕੀ ਖਿਆਲ ਹੈ ਇਹਨਾਂ ਨੂੰ ਕਟਹਿਰੇ 'ਚ ਨਹੀਂ ਖੜੇ ਹੋਣਾ ਪਵੇਗਾ? ਇਹਨਾਂ ਨੂੰ ਕੱਲੀ ਗੱਲ ਦਾ ਜਵਾਬ ਦੇਣਾ ਪੈਣਾ। ਮੁੱਖ ਮੰਤਰੀ ਆ, ਉਹ ਕਹਿੰਦੇ ਕਿ ਸਾਨੂੰ ਹੜ੍ਹਾਂ ਦੇ ਵਿੱਚ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਨਹੀਂ, ਅਸੀਂ ਹੱਥ ਨਹੀਂ ਅੱਡਾਂਗੇ। ਪਰ ਖੇਤੀਬਾੜੀ ਮੰਤਰੀ ਕਹਿੰਦੇ ਕਿ ਸਾਡੇ ਕੋਲੇ ਅਸੀਂ ਸਮਰੱਥ ਨਹੀਂ ਹੈਗੇ, ਅਸੀਂ ਇਕੱਲੇ ਮਦਦ ਕਰਨ ਦੇ ਲਈ। ਉਧਰ ਦੂਜੇ ਪਾਸੇ ਪੀਆਰਟੀਸੀ ਜਿਹੜਾ ਕੰਡਕਟਰ ਤੇ ਡਰਾਈਵਰ ਜਿਹੜੇ ਹਿਮਾਚਲ ਦੇ ਵਿੱਚ ਮਰੇ ਨੇ, ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ 25-25 ਲੱਖ ਦੇਵਾਂਗੇ। ਟਰਾਂਸਪੋਰਟ ਵਿਭਾਗ ਕਹਿੰਦਾ ਕਿ ਸਾਡੇ ਕੋਲੇ ਦੇਣ ਨੂੰ 4-5 ਲੱਖ ਹੀ ਹੈ। ਜਿਹੜਾ ਕੇਜੀ ਮੀਡੀਆ ਤੇ ਬਕਾਊ ਮੀਡੀਆ ਬਣ ਗਿਆ ਵਾ, 750 ਕਰੋੜ ਰੁਪਏ ਉਹਦੇ ਲਈ ਖਰਚਣ ਹੈ। ਲੇਕਿਨ ਪੰਜਾਬ ਦੀ ਜਿਹੜੀ ਕਰੋਪੀ ਹੋਈ ਆ, ਇਹਦੇ ਤੇ 700 ਕਰੋੜ ਰੁਪਏ ਲਾਉਣ ਨੂੰ ਹੈ ਨਹੀਂ ਸੀਗਾ। ਅਗਰ 700 ਕਰੋੜ ਰੁਪਏ ਖਰਚਾ ਹੁੰਦਾ ਤੇ ਹੁਣ ਹੋਇਆ ਕੀ ਆ? ਹੁਣ ਹਜ਼ਾਰਾਂ ਕਰੋੜਾਂ ਦਾ ਨੁਕਸਾਨ। ਹੁਣ ਆ ਗਈ ਗੱਲ, ਤੁਸੀਂ ਉਹ ਜਿਹੜੀ ਬੱਸ ਸਾਡੀ ਮਨਾਲੀ ਚ ਰੁੜ ਗਈ ਆ, ਹੁਣ ਭਗਵੰਤ ਮਾਨ ਰੋਜ਼ ਐਵੇਂ ਕਦੀ ਕਿਤੇ ਪਹੁੰਚਾ ਟੰਗ ਕੇ ਤੁਰਿਆ ਫਿਰਦਾ, ਕਦੀ ਇਹਨੂੰ ਨਹੀਂ ਸੀ ਪਤਾ ਕਿ ਸਾਡੀ ਬੱਸ ਗਾਇਬ ਹੈਗੀ। ਤੀਜੇ ਚੌਥੇ ਦਿਨ ਜਾ ਕੇ ਬੱਸ ਲੱਭੀ ਆ। ਐਡੀ ਨਲਾਇਕ ਸਰਕਾਰ। ਜਿੰਨੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਲੋਕਾਂ ਨੇ ਕੀਤਾ, ਇਹ ਆਪ ਮੁਹਾਰੇ ਲੋਕਾਂ ਦੀ ਮਦਦ ਆ, ਜਥੇਬੰਦੀਆਂ ਦੀ ਆ ਔਰ ਸੰਸਥਾਵਾਂ ਦੀ ਆ, ਧਾਰਮਿਕ ਬੰਦਿਆਂ ਦੀ ਆ। ਉਹ ਤਾਂ ਪਹੁੰਚ ਕੇ ਜੇ ਕਿਤੇ ਇਹ ਪੰਜਾਬ ਦਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦਾ ਜਿਹੜੀ ਸਪਿਰਿਟ ਆ, ਜੇ ਸਪਿਰਿਟ ਨਾ ਹੁੰਦੀ ਤਾਂ ਇਦਾਂ ਲੋਕੀ ਮਰ ਜਾਣੇ ਸੀ ਬਿਲਕੁਲ ਹੀ ਵਿਚਾਰੇ। ਸੋ ਇਹਨਾਂ ਦਾ ਆਮ ਆਦਮੀ ਬੌਕਰ ਪਾਰਟੀ ਦਾ ਕੋਈ ਰੋਲ ਨਹੀਂ ਇਹਦੇ ਵਿੱਚ। ਇਟਸ ਓਨਲੀ ਨੈਗੇਟਿਵ ਰੋਲ। ਫੋਟੋਆਂ ਖਿਚਾ ਲੀਆਂ, ਅਪਲੋਡ ਕਰਤੀਆਂ, ਇਹਨਾਂ ਦੇ ਕਮਲੇ ਜਿਹੇ ਐਮਐਲਏ ਤੁਰੇ ਫਿਰਦੇ 2-4, ਐਵੇਂ ਕਦੀ ਕੋਈ ਕੁਝ ਪੜ ਲੈਂਦੇ ਹੱਥ 'ਚ, ਕਦੀ ਕੁਝ ਪੜ ਲੈਂਦੇ, ਕਦੀ ਮਿਰਚਾਂ ਫੜ ਲੈਂਦੇ ਨੇ। ਵਾਅਦੇ ਤਾਂ ਦੇਖੋ ਬਹੁਤ ਕੀਤੇ ਆ ਸਰਕਾਰ ਨੇ, ਪਰ ਹਲੇ ਬਹੁਤ ਵਾਅਦੇ ਪੂਰੇ ਕਰਨ ਵਾਲੇ ਰਹਿੰਦੇ ਆ। ਪਰ ਉਹ ਵਾਅਦਿਆਂ ਦੀ ਆਪਾਂ ਗੱਲ ਕਰ ਲੈਂਦੇ ਆ ਜਿਹੜੇ ਉਹਨਾਂ ਦੇ ਆਪਣੇ ਐਮਐਲਏ ਉਹਨਾਂ ਨੂੰ ਚੇਤੇ ਕਰਾ ਰਹੇ ਆ। ਜਿਵੇਂ ਵੋਟਾਂ ਤੋਂ ਪਹਿਲਾਂ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਐਸਸੀ ਭਾਈਚਾਰੇ ਦੇ ਵਿੱਚੋਂ ਡਿਪਟੀ ਸੀਐਮ ਲਾਵਾਂਗੇ, ਤੇ ਉਹ ਹਲੇ ਤੱਕ ਲਾਇਆ ਨਹੀਂ। ਹੁਣ ਉਹੀ ਦੇਵਮਾਨ ਜਿਹੜੇ ਐਮਐਲਏ ਆ, ਉਹ ਕਹਿੰਦੇ ਕਿ ਸਾਡੀ ਸਰਕਾਰ ਨੂੰ ਲਾਉਣਾ ਚਾਹੀਦਾ ਐਸਸੀ ਭਾਈਚਾਰੇ ਦੇ ਵਿੱਚੋਂ। ਕਹਿੰਦੇ ਮੈਂ ਵੀ ਐਲੀਜੀਬਲ ਹੈਗਾ। ਪਤਾ ਕਿ ਇਹਨਾਂ ਦੇ ਦੇਵਮਾਨ ਦੀ ਕੀ ਔਕਾਤ ਹੈ ਜੀ। ਇਹਨਾਂ ਦੀ ਕੋਈ ਥਾਣੇਦਾਰ ਨਹੀਂ ਪੁੱਛਦਾ ਇੱਥੇ ਐਮਐਲਏ ਦੀ। ਮੈਨੂੰ ਪਤਾ ਅਸਲ ਰਿਐਲਿਟੀ। ਆਮ ਆਦਮੀ ਪਾਰਟੀ ਦੀ ਜਿਹੜੀ ਸਟਾਈਲ ਆਫ ਫੰਕਸ਼ਨਿੰਗ ਪਤਾ ਕੀ ਆ? ਇਹ ਜਿਹੜੇ 92 ਬਣੇ ਹੋਏ ਨੇ ਨਾ, ਇਹਨਾਂ ਚੋਂ ਅਗਲੀ ਵਾਰੀ ਜੇ ਲੋੜ ਪਈ ਉਹਨਾਂ ਨੇ 91 ਵੱਢ ਦੇਣੇ ਨੇ। ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਇੰਸਟਰਕਸ਼ਨਸ ਨੇ ਉੱਪਰੋਂ ਦਿੱਲੀੋਂ ਕਿ ਸਾਡੇ ਐਮਐਲਏ ਦੇ ਕਹਿਣ ਤੇ ਕੋਈ ਕੰਮ ਨਹੀਂ ਕਰਨਾ। ਇੱਕ ਇਹ ਤਾਂ ਉਹ ਬੰਦਾ ਵਾ ਜਿਹੜਾ ਕਹਿੰਦਾ ਸੀ ਮੈਂ ਸਾਈਕਲ ਤੇ ਚੜ੍ਹਨਾ ਜੀ, ਮੁੜ ਕੇ ਲੋਕਾਂ ਨੇ ਇਹਦੇ ਕਾਰ ਦੇ 3 ਲੱਖ 4 ਲੱਖ ਦੇ ਪੈਟਰੋਲ ਦੇ ਬਿੱਲ ਦਿਖਾਤੇ ਆ। ਔਰ ਇਹ ਪਿੱਛੇ ਮੈਨੂੰ ਕੋਈ ਦੱਸਿਆ ਸੀਗਾ, ਇਹ ਆ ਪਿਛਲੇ 16 ਮਹੀਨਿਆਂ 'ਚ ਖਰੇ 6 ਵਾਰੀ ਕੈਨੇਡਾ ਗਿਆ। ਕੈਨੇਡਾ ਜਾਣ ਦਾ ਸਭ ਨੂੰ ਅਧਿਕਾਰ ਹੈ, ਮੈਂ ਨਹੀਂ ਕਹਿੰਦਾ। ਪਰ ਇੱਕ ਆਦਮੀ ਜਿਹੜਾ ਇੱਕ ਪਾਸੇ ਕਹਿੰਦਾ ਕਿ ਜੀ ਮੈਂ ਤਾਂ ਚੌਕੀਦਾਰ ਹਾਂ ਜੀ, ਮੈਂ ਸੇਵਾਦਾਰ, ਇਹਦੇ ਬਾਰੇ ਮੈਂ ਬਹੁਤਾ ਜ਼ਿਆਦਾ ਕੁਝ ਹੋਰ ਕਹਿਣਾ ਨਹੀਂ ਚਾਹੁੰਦਾ। ਆਈ ਨੋ ਹਿਜ਼ ਮੈਂਟਲ, ਮੇਰੇ ਨਾਲ ਇਹਨੇ ਕੰਮ ਕੀਤਾ, ਮੈਂ ਦੇਖਿਆ, ਮੈਂ ਜਾਣਦਾ ਕਿੰਨੇ ਕੁ ਜੋਗਾ ਹੈਗਾ। ਡਿਪਟੀ ਚੀਫ ਮਿਨਿਸਟਰ ਕਿਉਂ ਨਹੀਂ ਲਾਇਆ ਫਿਰ ਤੁਸੀਂ? ਬਿਲਕੁਲ। ਇਹਦਾ ਮਤਲਬ ਜਿਹੜੇ 32, 33, 35 ਐਮਐਲਏ ਨੇ, ਇਹ ਸਾਰੇ ਬੰਦੂਆ ਮਜ਼ਦੂਰ ਆ। ਇਹ ਕੇਜਰੀਵਾਲ ਨੂੰ ਜਾ ਕੇ ਕਹਿ ਨਹੀਂ ਸਕਦੇ ਭਗਵੰਤ ਮਾਨ ਨੂੰ ਕਿ ਤੂੰ ਸਾਡੇ ਨਾਲ ਪ੍ਰੋਮਿਸ ਕੀਤਾ ਸੀ। ਬਿਲਕੁਲ ਬਿਲਕੁਲ। ਉਹ ਤਾਂ ਜੇ ਪ੍ਰੋਮਿਸ ਕੀਤਾ ਤਾਂ ਲਾਓ। ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਵਿਜੀਲੈਂਸ ਤੁਹਾਡੀ ਜਾਂਚ ਕਿਉਂ ਨਹੀਂ ਕਰਦੀ? ਇਹਦੇ ਪਰਿਵਾਰ ਦੀ ਗੱਲ ਹੀ ਕਰ ਲਈਏ, ਸਿੱਧਾ ਹੋਣਾ ਡਾਇਰੈਕਟ ਜੀ। ਇਹਨਾਂ ਕੋ ਇੰਨਾ ਹੀਰੇ ਜਵਾਹਰਾਤ ਕਿੱਥੋਂ ਆ ਗਏ ਨੇ? ਸੋਨਾ। ਹਾਂ, 16 ਮਹੀਨਿਆਂ ਇਹਨਾਂ ਦੇ ਮਾਤਾ ਜੀ ਦੇ ਕੋਲ, ਇਹਨਾਂ ਦੀ ਭੈਣ ਜੀ ਦੇ ਕੋਲ, ਇਹਨਾਂ ਦੇ ਘਰ ਵਾਲੀ ਦੇ ਕੋਲ ਇਹ ਕਿਲੋਆਂ ਦੇ ਹਿਸਾਬ ਨਾਲ ਸੋਨਾ ਕਿੱਥੋਂ ਆ ਗਿਆ? ਆ ਜਿਹੜੀ ਹੁਣ ਇਹਨੇ ਇੱਕ ਐਨੀਵਰਸਰੀ ਮਨਾਈ ਹੈ, ਉਹਦਾ ਕਹਿੰਦੇ ਅਸੀਂ ਸਧਾਰਨ ਜਿਹੇ ਬੰਦੇ ਆ ਜੀ। ਇਦਾਂ ਦੀ ਐਨੀਵਰਸਰੀ ਤਾਂ ਮੈਨੂੰ ਲੱਗਦਾ ਅਮਰਿੰਦਰ ਸਿੰਘ ਵੀ ਮਨਾਉਂਦਾ ਸੀਗਾ। ਇਹਨਾਂ ਦੀ ਮਾਤਾ ਜੀ ਦੀ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ ਵਿੱਚ ਕਹਿ ਰਹੇ ਸੀ ਕਿ ਮੇਰਾ ਤਾਂ ਇਹ ਘਰ ਦਾ ਗੁਜ਼ਾਰਾ ਜਿਹੜਾ ਪੈਨਸ਼ਨ ਦੇ ਨਾਲ ਚੱਲ ਰਿਹਾ, ਔਰ ਸਾਡੇ ਕੋਲ ਤਾਂ ਜਿਹੜੀ ਸੰਗਰੂਰ ਦੇ ਵਿੱਚ ਕਹਿੰਦੀ ਕਿਰਾਏ ਤੇ ਕੋਠੀ ਲਈ ਆ ਮਾਤਾ ਜੀ, ਕਹਿੰਦੇ ਉਹਦਾ ਕਿਰਾਇਆ ਦੇਣ ਲਈ ਵੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ। ਤੇ ਫਿਰ ਹਰਸਿਮਰਤ ਬਾਦਲ ਦੇ ਕਹਿਣਾ ਤੇ ਸਵਾਲ ਸੀ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਜਦੋਂ ਬਾਦਲਾਂ ਨੂੰ ਟਾਂਚਾਂ ਕਰਦੇ ਸੀ, ਇਹ ਤਾਂ ਜੀ ਪਰਿਵਾਰਵਾਦ ਹੈ ਜੀ, ਇਹ ਤਾਂ ਜੀ ਦੇਖੋ ਕਿੰਨੀਆਂ ਕਿੰਨੀਆਂ ਗੱਡੀਆਂ 'ਚ ਚੜ੍ਹਦੇ ਨੇ ਜੀ, ਇਹ ਮਹਿਲਾਂ 'ਚ ਰਹਿਣ ਵਾਲੇ ਲੋਕ, ਇਹ ਹੁਣ ਘੱਟ ਕਰ ਰਹੇ ਨੇ। ਮੀਡੀਆ ਨੂੰ ਲੈ ਕੇ ਤੁਸੀਂ ਬਹੁਤ ਟਾਰਗੇਟ ਕਰਦੇ ਹੋ ਸਰਕਾਰ ਨੂੰ ਵੀ ਔਰ ਮੀਡੀਆ ਨੂੰ ਵੀ। ਮੀਡੀਆ ਦੇ ਨਾਲ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਲਾਲ ਝੰਡੀ ਜਿਹੜੀ ਆ ਕਿਉਂ ਹੈ? ਪੰਜਾਬ ਦੀ ਸਿਆਸਤ ਦੇ ਵਿੱਚ ਵਨ ਮੈਨ ਆਰਮੀ ਦੀ ਤੌਰ ਤੇ ਵਿਚਰ ਰਹੇ ਸੁਖਪਾਲ ਸਿੰਘ ਖਹਿਰਾ ਸਾਡੇ ਨਾਲ ਨੇ। ਉਹਨਾਂ ਨਾਲ ਪੰਜਾਬ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਨੀ ਹੈ ਔਰ ਖਾਸ ਕਰਕੇ ਅੱਜ ਉਹ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਮਿਲਣ ਦੇ ਲਈ ਜਾ ਰਹੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉੱਥੇ ਇੱਕ ਧਰਨਾ ਲੱਗਿਆ ਮਾਨਸੇ ਦੇ ਵਿੱਚ, ਉੱਥੇ ਵੀ ਸ਼ਾਇਦ ਜਾਣਗੇ। ਮੇਰੇ ਨਾਲ ਸੁਖਪਾਲ ਸਿੰਘ ਖਹਿਰਾ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਖਹਿਰਾ ਸਾਹਿਬ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਸਰ ਕਿੱਦਾਂ ਸਿਹਤਾਂ ਠੀਕ ਹੈ? ਚੜ੍ਹਦੀ ਕਲਾ ਜੀ। ਸਰ ਵੈਸੇ ਤਾਂ ਤੁਹਾਡੇ ਬਾਰੇ ਜਾਣਿਆ ਜਾਂਦਾ ਕਿ ਸੁਖਪਾਲ ਸਿੰਘ ਖਹਿਰਾ ਬਿਨਾਂ ਫੈਕਟ ਤੋਂ ਕੋਈ ਗੱਲ ਜਿਹੜੀ ਆ ਉਹ ਕਰਦੇ ਨਹੀਂ, ਪਰ ਜਿੱਥੇ ਤੁਸੀਂ ਜਾ ਰਹੇ ਹੋ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ, ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆ। ਅਸੀਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਉਹਨਾਂ ਦੀਆਂ ਦੇਖਦੇ ਰਹੇ ਹਾਂ, ਔਰ ਉਹ ਜਿਹੜਾ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਜਿਹੜਾ ਉਹ ਕਰ ਰਹੇ ਸੀਗੇ, ਜਿਹੜਾ ਨਸ਼ਾ ਛਡਾਉਣ ਦੀ ਜਿਹੜੀ ਉਹ ਗੱਲ ਕਰ ਰਹੇ ਸੀ। ਬਿਲਕੁਲ। ਪਰ ਦੂਜੇ ਪਾਸੇ ਪੁਲਿਸ ਕਹਿੰਦੀ ਹੈ ਕਿ ਇਹ ਤਾਂ ਆਪ ਨਸ਼ੇੜੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕੀ ਐਨਾਲਿਸਿਸ ਕੀਤਾ ਜਿਹੜਾ ਅੱਜ ਜਾ ਰਹੇ ਨੇ ਉੱਥੇ? ਦੇਖੋ, ਪਹਿਲਾਂ ਮੈਨੂੰ ਦੱਸੋ ਕਿ ਪੰਜਾਬ ਪੁਲਿਸ ਦੀ ਕੋਈ ਕ੍ਰੈਡੀਬਿਲਿਟੀ ਹੈ?
ਇਹਨਾਂ ਤੇ ਕੋਈ ਭਰੋਸਾ ਕਰਦਾ ਵਾ। ਇਹ ਜੇ ਕੋਈ ਯਤਨ ਕਰਨਗੇ ਕਿ ਉਹ ਠੀਕ ਤੱਥ ਵੀ ਪੇਸ਼ ਕਰੀਏ, ਇਹਨਾਂ ਨੇ ਆਪਣੀ ਕ੍ਰੈਡੀਬਿਲਿਟੀ ਇੰਨੀ ਵਿਗਾੜ ਲਈ ਆ ਓਵਰ ਅ ਪੀਰੀਅਡ ਆਫ ਈਅਰਸ ਕਿ ਪੰਜਾਬ ਪੁਲਿਸ ਦੀ ਕਿਸੇ ਗੱਲ ਤੇ ਕੋਈ ਲੋਕੀ ਯਕੀਨ ਨਹੀਂ ਕਰਦੇ। ਤਾਈਓ ਜਿਹੜੇ ਵੀ ਇਹਨਾਂ ਨੇ ਗੱਲਾਂ ਪ੍ਰੋਪੇਗੈਂਡਾ ਕੀਤਾ, ਉਹਦਾ ਕੁਝ ਸ਼ਾਇਦ ਡੋਪ ਟੈਸਟ ਪਬਲਿਕ ਡੋਮੇਨ 'ਚ ਲਿਆਂਦਾ, ਇੱਕ ਔਰਤ ਤੋਂ ਘੁਆਇਆ, ਝੂਠ ਬੁਲਵਾਇਆ, ਉਹ ਸਾਰਾ ਕੁਝ ਜਿਹੜਾ ਸੀਗਾ ਉਹ ਲੋਕਾਂ ਨੇ ਟਰੈਸ਼ ਕਰਤਾ। ਤਾਈਓ ਕੱਲ ਬੜਾ ਵੱਡਾ ਧਰਨਾ ਲੱਗਾ ਸੀ ਉਹਦਾ। ਮੈਂ ਧਰਨੇ 'ਚ ਵੀ ਜਾਣਾ ਚਾਹੁੰਦਾ ਸੀ, ਲੇਕਿਨ ਕੁਝ ਕਿਸਾਨ ਜਥੇਬੰਦੀਆਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਉੱਥੇ ਸਿਆਸੀ ਲੀਡਰ ਨਾ ਆਉਣ, ਤਾਂ ਮੈਂ ਕਦੀ ਕਿਸੇ ਦੀ ਮੂਵਮੈਂਟ ਕਦੀ ਖਰਾਬ ਨਹੀਂ ਕੀਤੀ। ਅਸੀਂ ਅੱਜ ਜਾ ਰਹੇ ਹਾਂ, ਅਸੀਂ ਪੂਰੀ ਮਦਦ ਕਰਾਂਗੇ। ਦੇਖੋ, ਪਰਵਿੰਦਰ ਸਿੰਘ ਝੋਟੇ ਦਾ ਮੁਕੱਦਮਾ ਜਿਹੜਾ ਉੱਤੇ ਉਹਨੂੰ ਗ੍ਰਿਫਤਾਰ ਕੀਤਾ, ਅੰਗਰੇਜ਼ੀ 'ਚ ਇੱਕ ਛੋਟਾ ਜਿਹਾ ਕੋਡ ਹੈ, ਇਟਸ ਲਾਈਕ ਸ਼ੂਟਿੰਗ ਦ ਮੈਸੇਂਜਰ। ਜਿਹੜਾ ਬੰਦਾ ਜਿੱਦਾਂ ਡਾਕੀਆ ਡਾਕ ਲੈ ਕੇ ਜਾ ਰਿਹਾ, ਇਹਨਾਂ ਨੇ ਡਾਕੀਏ ਨੂੰ ਗੋਲੀ ਮਾਰ ਦਿੱਤੀ। ਮਾਰਨੀ ਤਾਂ ਚਾਹੀਦੀ ਸੀ ਜਿਹੜਾ ਡਰੱਗ ਮਾਫੀਆ ਵਾ, ਜਿਹੜੇ ਵੱਡੇ ਵੱਡੇ ਤਾਕਤਵਰ ਲੋਕ ਜਿਹੜੇ ਇਹਦੇ 'ਚ ਇਨਵੋਲਵਡ ਨੇ। ਔਰ ਕੇਜਰੀਵਾਲ ਨੇ, ਤੁਹਾਨੂੰ ਯਾਦ ਹੋਣਾ, ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਹਮ ਤਾਂ 3 ਮਹੀਨੇ में ड्रग्स खत्म कर देंगे, ठीक है। 3 ਮਹੀਨੇ ਛੱਡ ਕੇ 16-18 ਮਹੀਨੇ ਹੋ ਗਏ ਨੇ। ਇਹਨਾਂ ਨੇ ਬਾਹਰ ਸਟੇਟਾਂ ਦੇ ਵਿੱਚ ਜਾ ਕੇ ਕਹਿ ਵੀ ਦਿੱਤਾ ਕਿ ਨਸ਼ਾ ਖਤਮ ਕਰ ਦੇਣਾ। ਬਾਹਰ ਜਾ ਕੇ ਜੋ ਮਰਜ਼ੀ ਝੂਠ ਬੋਲੀ ਜਾਣ, ਲੇਕਿਨ ਪੰਜਾਬ ਦੀ ਜ਼ਮੀਨੀ ਹਕੀਕਤ ਹੈ ਕਿ ਇੱਥੇ ਬੇਤਹਾਸ਼ਾ ਨਸ਼ਾ ਵਾ। ਜਿੱਦਾਂ ਦਾ ਪਹਿਲਾਂ ਸੀ ਉਹਦੋਂ ਵਧਿਆ ਹੀ ਹੋਊਗਾ, ਉਹਨੂੰ ਘਟਿਆ ਨਹੀਂਗਾ। ਨੌਜਵਾਨ ਮਰ ਰਹੇ ਨੇ, ਲੜਕੀਆਂ ਤੱਕ ਪਹੁੰਚ ਗਿਆ ਸਿਰਿੰਜਸ। ਔਰ ਇੱਥੇ ਹੀ ਬਸ ਨਹੀਂ, ਪੁਲਿਸ ਵੀ ਵਿੱਚ ਨਾਲ ਇਨਵੋਲਵਡ ਹੈ। ਕਦੀ ਵੀ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਜਦ ਤੱਕ ਪੁਲਿਸ ਦੀ ਇਨਵੋਲਵਮੈਂਟ ਨਹੀਂ ਹੈ। ਰਾਜਜੀਤ ਸਿੰਘ ਕੌਣ ਸੀ? ਰਾਜਜੀਤ ਸਿੰਘ ਦਾ ਇੰਦਰਜੀਤ ਸਿੰਘ ਜਿਹੜਾ ਉਹ ਥਾਣੇਦਾਰ ਫੜਿਆ ਸੀ, ਉਹਦੇ ਨਾਲ ਇਹਦਾ ਨਾਮਜ਼ਦ ਇਹ ਜਿਹੜਾ ਬਹੁਤ ਸਾਲ ਰਿਪੋਰਟ ਪਈ ਰਹੀ ਹਾਈ ਕੋਰਟ ਵਿੱਚ, ਉਹਦੇ ਚ ਨਾਮਦਰ ਸੀ। 5 ਸਾਲ ਤੋਂ ਹੀ ਵਾਸ ਇੰਜੋਇੰਗ ਪਲਮ ਪੋਸਟਿੰਗਸ। ਆ ਹੁਣ ਇਹਨਾਂ ਦੇ ਰਾਜ ਵਿੱਚ ਵੀ ਹੁਣ ਆਣ ਕੇ ਮੁਕੱਦਮਾ ਦਰਜ ਹੋਇਆ ਵਾ। ਹਲੇ ਵੀ ਮੈਂ ਸਮਝਦਾ ਕਿ ਬਹੁਤ ਉਹਦੇ ਵਿੱਚ ਵੀ ਮੁੱਖ ਮੰਤਰੀ ਨੇ ਕਾਹਲੀ ਦਿਖਾ ਦਿੱਤੀ, ਟਵੀਟ ਕਰ ਦਿੱਤਾ, ਉਹਨੂੰ ਭੱਜਣ ਦਾ ਮੌਕਾ ਮਿਲ ਗਿਆ। ਐਗਜ਼ੈਕਟਲੀ, ਅੱਜ ਤਾਈਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਉਹਦਾ ਨਹੀਂ ਗਿਆ। ਨਹੀਂ ਤਾਂ ਨਾਰਮਲ ਕਿਸੇ ਪੰਜਾਬ ਦੀ ਗੱਲ ਦਾ ਤਾਂ ਉਹਨੇ ਔਰਤਾਂ ਚੱਕ ਲੈਣੀਆਂ ਸੀਗੀਆਂ। ਐਡਾ ਸੀਰੀਅਸ ਕੇਸ ਹੈ, ਹੀਨੀਅਸ ਕੇਸ ਹੈ। ਬਿਲਕੁਲ। ਔਰ ਉਹਨਾਂ ਦੇ ਪਰਿਵਾਰ ਦੇ ਬੰਦੇ ਚੱਕ ਲੈਣੇ ਸੀ, ਰੋਜ਼ਮਰਰਾ ਰੇਡ ਹੋਣੇ ਸੀ। ਕਦੀ ਤੁਸੀਂ ਰੇਡ ਸੁਣਿਆ ਵਾ? ਬੜਾ ਕਨਵੀਨੀਐਂਟਲੀ ਉਹ ਆਪਣੀਆਂ ਬੇਲ ਆਪਸ਼ਨਸ ਨੂੰ ਐਕਸਪਲੋਰ ਕਰ ਰਿਹਾ ਵਾ। ਖੈਰ ਸਭ ਕਿਵੇਂ ਦੇਖਦੇ? ਮੈਂ ਸਮਝਦਾ ਕਿ ਹਲੇ ਵੀ ਦੇਖੋ, ਡਰੱਗ ਮਾਫੀਆ ਜਿਹੜਾ ਹੈਗਾ ਨਾ, ਉਹ ਤਾਂ ਹੈ ਹੀ ਹੈ। ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਵੀ ਬਹੁਤ ਨੇ, ਸੋ ਉਹਨਾਂ ਨੂੰ ਆਇਡੈਂਟੀਫਾਈ ਕਰਕੇ। ਔਰ ਨਸ਼ਾ ਜਿਹੜਾ ਨਾ, ਮੈਂ ਬਰੀਫਲੀ ਦੱਸ ਦਿੰਦਾ, ਇਹ ਅਗਰ ਮੈਂ ਵੀ ਕਹਾਂ ਕਿ ਕੱਲ ਨੂੰ ਅਸੀਂ ਜੀ ਸਾਡੀ ਸਰਕਾਰ ਬਣ ਜਾਏਗੀ, ਅਸੀਂ ਨਸ਼ਾ 6 ਮਹੀਨਿਆਂ 'ਚ ਜਾਂ ਸਾਲ 'ਚ ਨਹੀਂ ਖਤਮ ਹੋਣਾ, ਇਹ ਝੂਠ ਬੋਲ ਰਹੇ ਨੇ। ਬਿਕੋਜ਼ ਜਿਹੜਾ ਡਰੱਗਸ ਹੈਗਾ, ਇਟਸ ਇਹ ਜਿੱਦਾਂ ਬਹੁਤ ਵੱਡਾ ਕੋਡ ਚਿੰਬੜ ਗਿਆ ਪੰਜਾਬ ਨੂੰ। ਇਹ ਦੋ ਗੱਲਾਂ ਨਾਲ ਕਨੈਕਟਡ ਹੈ। ਇੱਕ ਗੱਲ ਬੇਰੁਜ਼ਗਾਰੀ ਨਾਲ ਕਨੈਕਟਡ ਹੈ, ਕਿਉਂਕਿ ਜਿਹੜਾ ਪੰਜਾਬ ਦੇ ਅੱਜ ਆਪਾਂ ਗੱਲ ਕਰ ਰਹੇ ਹਾਂ, 3 ਕਰੋੜ ਆਬਾਦੀ ਚੋਂ 25 ਲੱਖ ਨੌਜਵਾਨ ਪੜ੍ਹਿਆ ਲਿਖਿਆ ਭਟਕ ਰਿਹਾ ਵਾ। ਕੋਈ ਵਿਦੇਸ਼ਾਂ 'ਚ ਜਾ ਰਿਹਾ, ਕੋਈ ਇੱਥੇ ਨੌਕਰੀ ਲੱਭ ਰਿਹਾ ਵਾ, ਕੋਈ ਜਦੋਂ ਕੱਖ ਨਹੀਂ ਕਿਸੇ ਨੂੰ ਮਿਲਦਾ, ਜਿਹੜੇ ਗਰੀਬ ਤਬਕਾ ਵਾ ਜਿਹਨਾਂ ਕੋਈ ਆਪਸ਼ਨ ਨਹੀਂ, ਉਹ ਵਿਚਾਰੇ ਇਹਦੇ ਸ਼ਿਕਾਰ ਹੋ ਜਾਂਦੇ ਨੇ। ਨੰਬਰ 1। ਨੰਬਰ 2, ਇਟਸ ਆਲਸੋ ਕਨੈਕਟਡ ਵਿਦ ਦੀ ਓਵਰਆਲ ਇਕਨੋਮੀ ਆਫ ਪੰਜਾਬ। ਜਦ ਤੱਕ ਪੰਜਾਬ ਦੀ ਆਰਥਿਕ ਪੋਜੀਸ਼ਨ ਇੰਪਰੂਵ ਨਹੀਂ ਹੋਵੇਗੀ, ਖੇਤੀ ਦੇ ਵਿੱਚ ਕੋਈ ਆਣ ਕੇ ਜੈਨੂਅਨ ਕੋਈ ਉਹਦੇ 'ਚ ਪ੍ਰੋਫਿਟੇਬਲ ਧੰਦਾ ਨਹੀਂ ਬਣੇਗਾ, ਜਾਂ ਜੇ ਆਪਾਂ ਕਹਿ ਦਈਏ ਕਿ ਪ੍ਰਾਈਵੇਟ ਸੈਕਟਰ ਵਿੱਚ ਲੋਕਾਂ ਨੂੰ ਇੰਡਸਟਰੀਅਲ ਗਰੋਥ ਹੋਵੇ, ਐਗਰੋ ਬੇਸਡ ਇੰਡਸਟਰੀ ਹੋਵੇ, ਉਹਦੇ 'ਚ ਲੋਕਾਂ ਨੂੰ ਨੌਕਰੀ, ਖੁਸ਼ਹਾਲੀ ਨਾਲ ਕਨੈਕਟਡ ਹੈ। ਇਹ ਜਿਹੜੇ ਡਰੱਗਸ ਆਪਾਂ ਪੰਜਾਬ ਦੇ ਵਿੱਚ ਕਰ ਰਹੇ ਲੋਕੀ, ਇਹ ਮਾਯੂਸੀ ਦੇ ਆਲਮ 'ਚ ਕਰ ਰਹੇ ਨੇ। ਦਾ ਡਰੱਗਸ ਦੁਨੀਆ 'ਚ ਕਰਦੇ ਲੋਕੀ, ਬਟ ਦੋਜ਼ ਆਰ ਲਾਈਕ ਫॉर ਵਾਟ ਸ਼ੁਡ ਆਈ ਸੇ, ਫॉर ਸਮ ਕਾਈਂਡ ਆਫ ਪਲੇਜ਼ਰ, ਕੁਛ ਸੋਸ਼ਲ ਇੰਜੋਇਮੈਂਟ ਦਾ ਇੱਕ ਤਰੀਕਾ ਵਾ ਦੁਨੀਆ ਭਰ ਦੇ ਵਿੱਚ। ਲੇਕਿਨ ਜਿਹੜਾ ਇੱਥੇ ਹੋ ਰਿਹਾ ਵਾ, ਇਹ ਬਦਕਿਸਮਤੀ ਨਾਲ ਇਹ ਸਰਾਸਰ ਮਜਬੂਰੀ ਦੇ ਆਲਮ 'ਚ ਹੋ ਰਿਹਾ। ਇੱਕ ਜਿਹੜਾ ਤੁਸੀਂ ਡੋਪ ਟੈਸਟ ਦੀ ਵੀ ਗੱਲ ਕੀਤੀ ਆ, ਉਹਦੇ ਡੋਪ ਟੈਸਟ ਦੇ ਵਿੱਚ ਕਿਹਾ ਗਿਆ ਕਿ ਪੁਲਿਸ ਕਹਿੰਦੀ ਨਸ਼ੇੜੀ ਹੈ ਆਪ। ਕਿਵੇਂ ਦੇਖਦੇ ਹੋ ਕਿ ਉਹਦੇ ਵਿੱਚ ਵੀ ਹੋਰ ਫੇਰਜੋਲ ਹੋ ਸਕਦਾ? ਦੇਖੋ, ਮੈਂ ਤੁਹਾਨੂੰ ਫਿਰ ਗੱਲ ਮੈਂ ਰਿਪੀਟ ਕਰ ਦੇਣਾ ਕਿ ਇਹਨਾਂ ਦੀ ਕ੍ਰੈਡੀਬਿਲਿਟੀ ਕੋਈ ਨਹੀਂ। ਚਲੋ ਮੰਨ ਲਿਆ ਉਹਦੇ ਕੋਈ 19 ਕੋਈ ਛੋਟਾ ਮੋਟਾ ਉਹਦੇ ਵਿੱਚ ਅਕਸਰ ਹਰ ਇਨਸਾਨ ਕੋਈ ਬਿਲਕੁਲ 100% ਤਾਂ 100% ਤਾਂ ਕਰੈਕਟ ਹੁੰਦਾ ਨਹੀਂਗਾ, ਹਰ ਇੱਕ ਚੁੰਤਾਈਆਂ ਹੁੰਦੀਆਂ ਨੇ। ਪਰ ਮੈਨੂੰ ਦੱਸੋ ਕਿ ਉਹਨੂੰ ਫੜ ਕੇ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਣ ਦੀ ਕੀ ਲੋੜ ਸੀ? ਜਿਹੜਾ ਆਦਮੀ ਇੱਕ ਲੜਾਈ ਲੜ ਰਿਹਾ ਵਾ ਹਰ ਤਰ੍ਹਾਂ ਦੇ ਮਾਫੀਆ ਦੇ ਖਿਲਾਫ, ਅਗਰ ਮੰਨ ਲਓ ਕਿ ਉਹਨੇ ਇੱਕ ਕਦਮ ਅੱਗੇ ਜਾ ਕੇ ਕੋਈ ਇਦਾਂ ਦੀ ਵੀ ਕਾਨੂੰਨ ਤੋੜਿਆ, ਤੁਸੀਂ ਉਸ ਤੇ ਬਣਦੀਆਂ ਧਾਰਾਵਾਂ ਲਾਓ ਨਾ। ਇਹਨਾਂ ਨੇ ਹੁਣ ਜਿਹੜੀਆਂ ਸੈਕਸ਼ਨ ਲਾਈਆਂ ਨੇ, ਪਤਾ ਨਹੀਂ ਸ਼ਾਇਦ ਡਕੈਤੀ ਦੀ ਲਾਤੀ ਜਾਂ ਚੋਰੀ ਦੀ ਲਾਤੀ ਜਾਂ ਅਬਡਕਸ਼ਨ ਦੀ ਲਾਤੀ, ਆ ਰੀਅਲੀ ਡੋਂਟ ਨੋ, ਮੈਨੂੰ ਜਾ ਕੇ ਉੱਥੇ ਪਤਾ ਲੱਗੇਗਾ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੁਖਵਿੰਦਰ, ਕਿ ਜਿਨ੍ਹਾਂ ਤੇ ਐਕਸ਼ਨ ਬਣਦਾ ਅੱਜ ਪੰਜਾਬ ਦੇ ਵਿੱਚ, ਉਹਨਾਂ ਤੇ ਕਿਉਂ ਨਹੀਂ ਹੋ ਰਿਹਾ? ਕਟਾਰੂ ਚੱਕ ਤੇ ਕਿਉਂ ਨਹੀਂ ਐਕਸ਼ਨ ਕੀਤਾ? ਸਾਰੀ ਪੁਲਿਸ ਨੇ ਉਹਦੀ ਹਿਫਾਜ਼ਤ ਵਿੱਚ ਆਈ ਆ। ਉਹ ਕਹਿੰਦੇ ਜੀ ਉਹ ਮੁੰਡੇ ਨੇ ਜੀ ਉਹਦਾ ਆਪਣਾ ਕੰਪਲੇਂਟ ਵਾਪਸ ਲੈ ਲਈ। ਕੰਪਲੇਂਟ ਵਾਪਸ ਲੈਣ ਨਾਲ ਗੁਨਾਹ ਤਾਂ ਨਹੀਂ ਖਤਮ ਹੋ ਗਿਆ, ਵੀਡੀਓਜ਼ ਤਾਂ ਪਬਲਿਕ ਡੋਮੇਨ 'ਚ ਹੈ। ਬਿਲਕੁਲ।
ਸੋ ਇਸ ਕਰਕੇ ਸਰਬਜੀਤ ਕੌਰ ਮਾਣੂਕੇ ਤੇ ਕਿਉਂ ਨਹੀਂ ਐਕਸ਼ਨ ਲਿਆ? ਅਖੇ ਜੀ ਚਾਬੀਆਂ ਵਾਪਸ ਕਰਾਤੀਆਂ, ਚਾਬੀਆਂ ਨਾਲ ਕ੍ਰਾਈਮ ਮੁੱਕ ਗਿਆ ਵਾ। ਜਿਹੜਾ ਅਟਾਰਨੀ ਝੂਠੀ ਬਣੀ, ਰਜਿਸਟਰੀ ਝੂਠੀ ਹੋਈ, ਉਸ ਨੂੰ ਇੱਕ ਬਕਾਇਦਾ ਆਰਗੇਨਾਈਜ਼ ਤਰੀਕੇ ਨਾਲ ਸਰਬਜੀਤ ਦੀ ਸ਼ਹਿ ਦੇ ਨਾਲ ਕਰਮ ਸਿੰਘ ਤੇ ਅਸ਼ੋਕ ਕੁਮਾਰ ਨੇ ਰਲ ਕੇ ਉਹਦੀ ਕੋਠੀ ਤੇ ਨਜਾਇਜ਼ ਕਬਜ਼ਾ ਕੀਤਾ, ਸੜਕ ਬਣੀ, ਫਿਰ ਆਲਟਰੇਸ਼ਨ ਕੀਤੀ, ਸੜਕ ਬਣਾਈ, ਕਮਰੇ ਬਣਾਏ, ਭੰਨਤੋੜ ਕੀਤੀ, ਮੁਕੱਦਮਾ। ਉਹ ਜਿਹੜਾ ਇੱਕ ਦੀਪ ਕੰਬੋਜ ਆ ਬੋਰ ਵਾਲਾ ਜਿਹੜਾ ਬਦਫੈਲੀ ਕਰਦਾ ਫੜਿਆ ਗਿਆ ਔਰਤ ਨਾਲ ਵੀਡੀਓ ਦੇ ਉੱਤੇ, ਬਿਲਕੁਲ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ। ਗੋਲਡੀ ਕੰਬੋਜ ਜਿਹੜਾ ਇਹਨਾਂ ਦਾ ਹੈਗਾ ਜਲਾਲਾਬਾਦ ਵਾਲਾ, ਨਿਤ ਦਿਨ ਉਹਦਾ ਦਿਖਾਤਾ ਸਾਡੇ ਨੌਜਵਾਨ ਯੂਥ ਕਾਂਗਰਸ ਦੇ ਨੇ ਵੀਡੀਓ ਤੇ ਸਬੂਤ ਪੇਸ਼ ਕਰਤੇ ਕਿ ਜਲਾਲਾਬਾਦ ਦੇ ਬੱਸ ਅੱਡੇ ਦੇ ਵਿੱਚ ਉਹਦਾ ਘਰ ਆਉਂਦਾ ਵਾ। ਸੋ ਇਹ ਮਤਲਬ ਜਿਹੜਾ ਭਗਵੰਤ ਮਾਨ ਪਹਿਲਾਂ ਵਿਰੋਧੀ ਧਿਰ ਵਿੱਚ ਰਹਿ ਕੇ ਬਹੁਤ ਇਨਸਾਫ ਦੀਆਂ ਗੱਲਾਂ ਕਰਦੇ ਸੀ, ਕਿੱਥੇ ਇਹਨਾਂ ਦਾ ਇਨਸਾਫ? ਸੋ ਵਾਟ ਇਜ਼ ਹੈਪਨਿੰਗ ਨਾਓ ਇਜ਼ ਕਿ ਜਿਹੜਾ ਮਾੜਾ ਜਿਹਾ ਸਿਰ ਚੱਕਦਾ ਇਸ ਸਰਕਾਰ ਦੇ ਖਿਲਾਫ, ਇਹ ਉਹਦਾ ਪੁਲਿਸ ਤਾਨਾਸ਼ਾਹੀ ਦੇ ਥਰੂ ਉਹਦਾ ਸਿਰ ਕੁਚਲਣਾ ਚਾਹੁੰਦਾ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਬੈਠਾ, ਜਦੋਂ ਮੈਂ ਕਟਾਰੂ ਚੱਕ ਦਾ ਮਸਲਾ ਚੱਕਦਾ, ਪਹਿਲੀ ਮਈ ਨੂੰ ਮੈਂ ਗਵਰਨਰ ਨੂੰ ਮਿਲਦਾ ਵਾਂ, ਅਗਲੇ ਦਿਨ ਮੇਰੇ ਤੇ ਇੱਕ ਐਸਡੀਐਮ ਤੋਂ ਦਰਖਾਸਤ ਲੈ ਕੇ ਮੁਕੱਦਮਾ ਦਰਜ ਕਰ ਦਿੰਦੇ। ਜਿਹਦਾ ਮੇਰਾ ਕੋਈ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਐਸਡੀਐਮ ਨੂੰ ਬੰਦਕ ਬਣਾ ਸਕਦਾ ਵਾਂ? ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਦਾ ਯੁੱਗ ਆ। ਬਿਲਕੁਲ। ਫਿਰ ਮੈਂ ਜਦੋਂ ਹੋਰ ਉਹ ਲੜਾਈ ਨੂੰ ਅੱਗੇ ਲੈ ਕੇ ਜਾਣਾ, ਫਿਰ 51 ਸਾਲ ਪੁਰਾਣਾ ਰਿਕਾਰਡ ਕੱਢ ਕੇ ਮੇਰੇ ਪਰਿਵਾਰ ਦਾ ਰੈਵਨਿਊ ਰਿਕਾਰਡ, 51 ਇਅਰਸ, ਜਦੋਂ ਮੇਰੀ ਉਮਰ 5-6 ਸਾਲ ਸੀਗੀ, ਕੋਈ ਤਬਾਦਲੇ ਜਿਹੜੇ ਮੇਰੇ ਆਪਣੀ ਸਕੀ ਭੈਣ ਨਾਲ ਹੋਏ, ਮੇਰੇ ਆਪਣੇ ਸਕੇ ਭੂਆ ਦੇ ਮੁੰਡੇ ਦੇ ਨਾਲ ਹੋਏ, ਅਗਰ ਕੋਈ ਤਕਲੀਫ ਹੁੰਦੀ ਉਹਨਾਂ ਦੀ ਸ਼ਿਕਾਇਤ ਬਣਦੀ ਸੀ ਕਿ ਹਾਂ ਜੀ ਸਾਡੇ ਨਾਲ ਕੋਈ ਇਹਨਾਂ ਨੇ ਗਲਤ ਗੱਲ ਕੀਤੀ ਆ। ਸ਼ਿਕਾਇਤ ਲੈ ਲਈ, ਜਿਹੜਾ ਮੇਰੇ ਤੋਂ ਜ਼ਮਾਨਤ ਜ਼ਬਤ ਹੋਈ ਆ, 2 ਵਾਰੀ ਇਲੈਕਸ਼ਨ ਹਾਰਿਆ, ਉਹਦੇ ਕੋਲ ਸ਼ਿਕਾਇਤ ਲੈ ਕੇ ਮੇਰੇ ਤੇ FIR ਦਰਜ ਕਰਤੀ, ਸਾਡੇ ਘਰ ਦੀਆਂ ਲੇਡੀਜ਼ ਨੋਮੀਨੇਟ ਕਰਤੀਆਂ। ਇਹਦੇ ਨਾਲੋਂ ਜ਼ਿਆਦਾ ਘਟੀਆ ਬੰਦਾ, ਇਹਦੇ ਨਾਲੋਂ ਬੰਦਾ ਥਰਡ ਰੇਟ ਜਿਹੜਾ ਆਦਮੀ ਭਗਵੰਤ ਮਾਨ ਵਰਗਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ। ਔਰ ਇਹ ਕੀ ਸਮਝਦਾ ਕਿ ਕੋਈ ਸਾਰੀ ਜ਼ਿੰਦਗੀ ਲਈ ਚੀਫ ਮਿਨਿਸਟਰ ਬਣ ਗਿਆ? ਸਮਾਂ ਬਦਲਦਾ ਹੁੰਦਾ ਵਾ। ਇਹ ਤੇ ਬੜੇ ਵੱਡੇ ਤਾਨਾਸ਼ਾਹ ਮੁਗਲਾਂ ਵਰਗੇ ਨਹੀਂ ਰਹੇ, ਲੱਭੇ ਨਹੀਂ। ਅੱਜ ਔਰੰਗਜ਼ੇਬ ਦੀ ਮੜੀ ਤੇ ਜਾਂਦਾ ਕੋਈ? ਬੜੇ ਵੱਡੇ ਜ਼ਾਲਮ ਆਏ ਜਿਹੜੇ ਕਹਿੰਦੇ ਅਸੀਂ ਸਿੱਖਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਣਾ, ਲੱਭਾ ਕੋਈ? ਇਸ ਕਰਕੇ ਇਹਨੂੰ ਥੋੜਾ ਜਿਹਾ ਆਪਣੀ ਅੰਦਰ ਗਿਰੇਬਾਨ ਝਾਤੀ ਮਾਰਨੀ ਚਾਹੀਦੀ। ਔਰ ਜਿਹੜੇ ਕੁਝ ਪੁਲਿਸ ਵਾਲੇ ਨਾਲ ਜਿਹੜੇ ਐਕਟਿੰਗ ਕਰਦੇ ਨੇ ਇਹਨਾਂ ਦੇ, ਜਿਹੜੇ ਇਹਨਾਂ ਦੇ, ਮੈਂ ਹੈਰਾਨ ਆ ਕਿ ਇੱਕ ਜਲੰਧਰ ਦਾ DIG IPS ਅਫਸਰ ਹੈ, ਵਾਟ ਬਿਜ਼ਨਸ ਹੈਜ਼ ਹੀ ਗੋਟ ਟੂ ਬਾਈਪਾਸ ਦੀ ਇੰਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਪੂਰਥਲਾ ਤੇ ਉਹ ਪਰਸਨਲ ਇੰਟਰਸਟ ਲੈ ਕੇ ਮੇਰੇ ਉੱਤੇ ਸਾਡੀਆਂ ਔਰਤਾਂ ਨੂੰ ਇੰਪਲੀਕੇਟ ਕਰਾ ਰਿਹਾ ਵਾ। ਕੀ IPS ਦਾ ਕੰਮ ਇਹ ਆ? IPS ਦਾ ਕੰਮ ਹੈਗਾ ਵਾ ਆ ਚੋਰਾਂ ਠੱਗਾਂ ਨੂੰ, ਡਾਕੂਆਂ ਨੂੰ, ਆ ਜਿਹੜੇ ਕਟਾਰੂ ਚੱਕ ਕਰਕੇ ਬਦਮਾਸ਼ ਨੇ, ਬਿਲਕੁਲ, ਜਿਹੜੇ ਨੌਜਵਾਨਾਂ ਨੂੰ ਐਕਸਪਲੋਇਟ ਕਰ, ਉਹਨਾਂ ਦੇ ਖਿਲਾਫ ਕੋਈ ਨਹੀਂ ਕਾਰਵਾਈ ਕਰਦੇ। ਸੋ ਆਮ ਰੀਅਲੀ ਮੈਨੂੰ ਬੜਾ ਦੁੱਖ ਹੁੰਦਾ, ਔਰ ਮੈਨੂੰ ਪਰਵਾਹ ਕੋਈ ਨਹੀਂ ਗੀ, ਚਲੋ ਇਹਨਾਂ ਨੇ 2 ਪਰਚੇ ਕੀਤੇ, ਹੋਰ 2-4 ਕਰ ਲੈਣਗੇ। ਬਟ ਅਗਰ ਇਹ ਸਮਝਦੇ ਕਿ ਅਸੀਂ ਪੁਲਿਸ ਦਾ ਸਹਾਰਾ ਲੈ ਕੇ ਅਸੀਂ ਕਿਸੇ ਦੀ ਆਵਾਜ਼ ਦਬਾ ਸਕਦੇ ਹਾਂ, ਚਾਹੇ ਉਹ ਪਰਮਿੰਦਰ ਸਿੰਘ ਝੋਟੇ ਦੀ ਆ, ਤੇ ਚਾਹੇ ਉਹ ਖਹਿਰੇ ਦੀ ਆ, ਤੇ ਚਾਹੇ ਕਿਸੇ ਹੋਰ ਦੀ ਆ, ਇਹ ਭਗਵੰਤ ਮਾਨ ਫਿਰ ਇਹਦਾ ਮਤਲਬ ਪੰਜਾਬ ਦੇ ਵਿਰਸੇ ਨੂੰ, ਤੇ ਆ ਜਿਹੜੇ IPS ਅਫਸਰ ਆ ਜਿਹੜੇ ਹੱਥ ਠੋਕੇ ਬਣੇ, ਇਹਦਾ ਮਤਲਬ ਪੰਜਾਬ ਦੇ ਵਿਰਸੇ ਬਾਰੇ ਨਹੀਂ ਇਹਨਾਂ ਨੂੰ ਪਤਾ। ਬਿਲਕੁਲ। ਇਹ ਤੁਸੀਂ NRI ਦੇ ਮਸਲੇ ਦੇ ਵਿੱਚ ਤੁਸੀਂ ਬਹੁਤ ਆਵਾਜ਼ ਚੁੱਕੀ, ਔਰ ਲੋਕ ਕਹਿੰਦੇ ਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਕਰਕੇ ਕੋਠੀ ਜਿਹੜੀ ਆ ਵਾਪਸ ਹੋ ਗਈ, ਸ਼ਾਇਦ ਨਾ ਹੁੰਦੀ। ਪਰ ਉਹ ਹਾਲੇ ਵੀ ਖਹਿਰਾ ਸਾਹਿਬ ਕਹਿੰਦੇ ਕਿ ਕਾਗਜ਼ੀ ਪੱਤਰੀ ਉਹਨਾਂ ਦੇ ਨਾਮ ਤੇ ਜਿਹੜੀ ਉਹ ਚੜੀ ਨਹੀਂ। ਇੱਕ ਹੋਰ ਮਸਲਾ ਉੱਥੇ ਸਾਹਮਣੇ ਆਇਆ ਸੀਗਾ, ਕਹਿੰਦੇ ਕਿ ਬੀਬੀ ਨੇ ਆਪਣੇ ਸਮਰਥਕ ਭੇਜ ਕੇ ਉੱਥੇ SSP ਨੂੰ ਕੰਪਲੇਂਟ ਦਵਾਈ ਕਿ ਉਸ ਬੀਬੀ ਔਰ ਉਹਦੀ ਸੱਸ ਦੇ ਨੂੰਹ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਮੈਨੂੰ ਬਦਨਾਮ ਕੀਤਾ। ਦੱਸੋ ਕੋਈ ਗੱਲ ਹੈ? ਉੱਥੇ ਇੱਕ ਬੰਦੇ ਨੇ ਜਾ ਕੇ ਉਹਦੀ ਵਿਰੋਧਤਾ ਕੀਤੀ ਤਾਂ ਉਹਦੀ ਕੁੱਟਮਾਰ ਕੀਤੀ। ਮੈਂ ਦੇਖੀ ਵੀਡੀਓ, ਉਹ ਇਹਨਾਂ ਬਦਮਾਸ਼ਾਂ ਨੇ ਜਿਹੜੇ ਆ ਬੌਕਰ ਪਾਰਟੀ ਦੇ ਨੇ, ਪੁਲਿਸ ਨਾਲ 10 ਬੰਦੇ ਲੱਗ ਖੜੇ ਕਰਕੇ SSP ਦਫ਼ਤਰ ਦੇ, ਉਹ ਜਿਹੜਾ ਵਿਚਾਰਾ ਕੋਈ ਸ਼ਾਇਦ PSP ਦਾ ਵਰਕਰ ਸੀਗਾ, ਹਾਂ, ਉਹ ਪੁੱਛ ਰਿਹਾ ਸੀਗਾ ਕਿ ਤੁਸੀਂ ਸਰਬਜੀਤ ਕੌਰ ਤੇ ਕਾਰਵਾਈ ਕਿਉਂ ਨਹੀਂ ਮੰਗ ਕਰਦੇ? ਪੁਲਿਸ ਨਾਲ ਨੂੰ ਧੱਕੇ ਮਾਰ ਰਹੀ, ਉਹਦੀ ਪੱਗ ਲਾਉਣ ਤਾਂ ਹੀ ਜਾ ਰਹੇ ਨੇ। ਤਾਂ ਮੈਂ ਤਾਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਪੰਜਾਬ ਦਾ ਵਾਤਾਵਰਨ ਕੀ ਬਣ ਚੁੱਕਾ ਵਾ ਕਿ ਪੁਲਿਸ ਇਹਨਾਂ ਨੇ ਹੁਣ ਆਪਣੀ ਜਿੱਦਾਂ ਪ੍ਰਾਈਵੇਟ ਕੋਈ ਫੌਜ ਬਣਾ ਰੱਖੀ ਆ। ਇਹਨਾਂ ਨੂੰ, ਇਹਨਾਂ ਦੇ MLA ਦੇ ਜਦੋਂ ਜਾਂਦੇ ਨੇ, ਜਦੋਂ ਲੋਕੀ ਇਹਨਾਂ ਦੇ ਗਲ ਪੈਂਦੇ ਨੇ, ਜਾਂ ਇਹਨਾਂ ਨੂੰ, ਇਹ ਲੋਕਾਂ ਨੂੰ ਧੱਕੇ ਮਾਰਦੇ ਨੇ, ਲੋਕਾਂ ਨਾਲ ਬਦਮਾਸ਼ੀ ਕਰਦੇ ਨੇ। ਪੁਲਿਸ ਦਾ ਕੰਮ ਤਾਂ ਆਮ ਆਦਮੀ ਪਾਰਟੀ ਨੇ ਸਾਰੇ ਅਕਾਲੀਆਂ ਦੇ ਤੇ ਕਾਂਗਰਸ ਦੇ ਰਿਕਾਰਡ ਤੋੜ ਦਿੱਤੇ ਬਦਮਾਸ਼ੀ ਕਰਾਉਣ ਵਿੱਚ। ਇਹਨਾਂ ਨੇ ਆਪਣੇ ਹੁਣ ਜਿੱਦਾਂ ਇੱਕ ਪਰਸਨਲ ਬਦਮਾਸ਼ ਰੱਖੇ ਹੋਏ ਨੇ। ਔਰ ਲੈਟ ਮੀ ਟੈਲ ਯੂ, ਇਹ ਸਾਰੇ ਪੁਲਿਸ ਆਫਸਰਸ ਇਹ ਜੋ ਕੁਝ ਕਰ ਰਹੇ ਨੇ ਪੰਜਾਬ ਦੇ ਵਿੱਚ, ਇਹ ਸਾਰਾ ਰਿਕਾਰਡ ਤਿਆਰ ਹੋ ਰਿਹਾ ਵਾ। ਮੈਂ ਕੋਈ ਥ੍ਰੈਟਨ ਨਹੀਂ ਕਰ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਮੈਂ ਬਣੂਗਾ ਤਾਂ ਐਂ ਕਰੂੰਗਾ। ਜਿਹੜੀ ਵੀ ਸਰਕਾਰ ਨਵੀਂ ਬਣੇਗੀ, ਤੁਹਾਡਾ ਕੀ ਖਿਆਲ ਹੈ ਇਹਨਾਂ ਨੂੰ ਕਟਹਿਰੇ 'ਚ ਨਹੀਂ ਖੜੇ ਹੋਣਾ ਪਵੇਗਾ? ਇਹਨਾਂ ਨੂੰ ਕੱਲੀ ਗੱਲ ਦਾ ਜਵਾਬ ਦੇਣਾ ਪੈਣਾ ਵਾ। ਖੈਰ ਸਾਹਿਬ, ਇੱਕ ਸਵਾਲ ਇਹ ਹੈ ਕਿ ਜਿਵੇਂ ਹੁਣ ਹੜ੍ਹਾਂ ਦਾ ਬਹੁਤ ਮਾਰ ਪੈ ਰਹੀ ਹੈ ਪੰਜਾਬ ਦੇ ਵਿੱਚ,
ਤਾਂ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਿਹੜੇ ਮੁੱਖ ਮੰਤਰੀ ਆ ਉਹ ਕਹਿੰਦੇ ਕਿ ਸਾਨੂੰ ਹੜ੍ਹਾਂ ਦੇ ਵਿੱਚ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਨਹੀਂ, ਅਸੀਂ ਹੱਥ ਨਹੀਂ ਅੱਡਾਂਗੇ। ਪਰ ਖੇਤੀਬਾੜੀ ਮੰਤਰੀ ਕਹਿੰਦੇ ਕਿ ਸਾਡੇ ਕੋਲੇ ਅਸੀਂ ਸਮਰੱਥ ਨਹੀਂ ਹੈਗੇ, ਅਸੀਂ ਇਕੱਲੇ ਮਦਦ ਕਰਨ ਦੇ ਲਈ। ਉਧਰ ਦੂਜੇ ਪਾਸੇ PRTC ਜਿਹੜਾ ਕੰਡਕਟਰ ਤੇ ਡਰਾਈਵਰ ਜਿਹੜੇ ਹਿਮਾਚਲ ਦੇ ਵਿੱਚ ਮਰੇ ਨੇ, ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ 25-25 ਲੱਖ ਦੇਵਾਂਗੇ। ਟਰਾਂਸਪੋਰਟ ਵਿਭਾਗ ਕਹਿੰਦਾ ਕਿ ਸਾਡੇ ਕੋਲੇ ਦੇਣ ਨੂੰ 4-5 ਲੱਖ ਹੀ ਹੈ। ਦੇਖੋ ਗੱਲ ਇਹ ਆ, ਹੜ੍ਹਾਂ 'ਚ ਪਹਿਲਾਂ ਆਪਾਂ ਨੂੰ ਸਮਝ ਲਈਏ ਕਿ ਹੜ੍ਹ ਦਾ ਨੁਕਸਾਨ ਹੋਇਆ ਕਿਵੇਂ। ਇਹ ਬਾਰਿਸ਼ ਨਾਲ ਨਹੀਂ ਹੋਇਆ। ਬਾਰਿਸ਼ ਤਾਂ ਸਾਡੀ ਧਰਤੀ ਇੰਨੀ ਕੁ ਬਾਰਿਸ਼ ਨੂੰ ਸੰਭਾਲ ਲੈਂਦੀ ਹੈ। ਇਹ ਜਦੋਂ ਪਾਣੀ ਡੈਮਾਂ 'ਚ ਉੱਤੇ ਰਿਲੀਜ਼ ਹੁੰਦਾ ਦਰਿਆਵਾਂ ਦੇ ਵਿੱਚ, ਸਾਡੇ 3 ਪ੍ਰਮੁੱਖ ਦਰਿਆ ਜਿਹੜੇ ਨੇ ਪੰਜਾਬ ਨੂੰ ਜਦ ਵੀ ਨੁਕਸਾਨ ਹੋਇਆ, 1988 'ਚ ਹੋਇਆ, 2019 'ਚ ਹੋਇਆ। ਇੱਕ ਹੈਗਾ ਘੱਗਰ ਜਿਹੜਾ ਮਾਲਵੇ ਨੂੰ ਮਾਰਦਾ, ਇੱਕ ਹੈਗਾ ਸਤਲੁਜ ਤੇ ਇੱਕ ਹੈਗਾ ਬਿਆਸ ਜਿਹੜਾ ਕਿ ਦੁਆਬੇ ਤੇ ਮਾਝੇ ਨੂੰ ਵੀ ਰਾਵੀ ਇਫੈਕਟ ਕਰਦਾ, ਇੱਕ ਹੈਗੀ ਚਿੱਟੀ ਬਈ। ਇਹਨਾਂ ਦੇ ਕੋਈ 900 ਕਿਲੋਮੀਟਰ ਇਹਨਾਂ ਦੇ ਬੰਨ ਨੇ ਆਲੇ ਦੁਆਲੇ ਦਰਿਆਵਾਂ ਦੇ। ਟੋਟਲ ਪੰਜਾਬ ਦੇ ਵਿੱਚ ਜਿੰਨੇ ਦਰਿਆ ਲੰਘਦੇ ਨੇ ਰਾਜਸਥਾਨ ਤੱਕ ਜਾਂਦੇ ਨੇ, 900 ਕਿਲੋਮੀਟਰ ਬੰਨਾਂ ਦੀ ਮੁਰੰਮਤ ਲਈ, ਉਹਦੀ ਮੇਨਟੇਨੈਂਸ ਲਈ ਇਰੀਗੇਸ਼ਨ ਤੇ ਡਰੇਨੇਜ ਡਿਪਾਰਟਮੈਂਟ ਨੂੰ ਹਰ ਸਾਲ ਬਜਟਰੀ ਐਲੋਕੇਸ਼ਨ ਦੀ 700 ਕਰੋੜ ਰੁਪਇਆ ਲੱਗਦਾ ਵਾ। ਔਰ ਜੇ 700 ਕਰੋੜ ਰੁਪਇਆ ਉਹ ਖਰਚਾ ਹੁੰਦਾ, ਇਹ ਟੁੱਟਣਾ ਹੀ ਨਹੀਂ ਸੀ ਕਿਤੇ ਵੀ। ਜਦੋਂ ਬੰਨ ਟੁੱਟਦਾ ਵਾ ਉਦੋਂ ਪਿੰਡਾਂ ਦੇ ਵਿੱਚ ਸਰਦੂਲਗੜ੍ਹ 'ਚ ਤੇ ਮਾਨਸਾ 'ਚ ਤੇ ਹੋਰ ਲਹਿਰੇ ਵਗੈਰਾ ਸ਼ਹਿਰਾਂ 'ਚ ਪਾਣੀ ਪਹੁੰਚਦਾ ਬੰਨ ਟੁੱਟਣ ਨਾਲ। ਇਹਦਾ ਮਤਲਬ ਕਿ ਭਗਵੰਤ ਮਾਨ ਨੇ ਨਾ ਤਾਂ ਕੋਈ ਰਿਵਿਊ ਮੀਟਿੰਗ ਕੀਤੀ, ਇਹਨੂੰ ਪਤਾ ਸੀਗਾ ਕਿ ਫਲੱਡ ਤਾਂ ਐਵਰੀ ਮੌਨਸੂਨ, ਹਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਸਰਕਾਰ ਤਿਆਰ ਹੋਣੀ ਚਾਹੀਦੀ ਹੈ। ਇਕੱਲੇ ਬੰਨ ਦਰਿਆਵਾਂ ਦੇ ਨਹੀਂ, ਜਿੰਨੀਆਂ ਕੱਸੀਆਂ ਨਹਿਰਾਂ ਇਹਨਾਂ ਦੇ ਬੰਨ ਪਹਿਲਾਂ ਬਹੁਤ ਰੈਗੂਲਰਲੀ ਮੇਨਟੇਨ ਹੁੰਦੇ ਸੀਗੇ। ਜਦੋਂ ਬੰਨ ਟੁੱਟਦਾ ਤੇ ਉਦੋਂ ਨੁਕਸਾਨ ਹੁੰਦਾ। ਹੁਣ ਮੈਂ ਪੁੱਛਣਾ ਚਾਹੁੰਦਾ ਕਿ 750 ਕਰੋੜ ਰੁਪਇਆ ਮੀਡੀਆ ਲਈ ਤਾਂ ਖਰਚ ਰਿਹਾ ਭਗਵੰਤ। ਦੁਨੀਆ ਜਹਾਨ ਦੀਆਂ ਫੋਟੋਆਂ, ਮਤਲਬ ਕਿ ਚੇਨਈ ਦੇ 에ਅਰਪੋਰਟ ਤੇ ਪਬਲਿਸਿਟੀ, ਹੈਦਰਾਬਾਦ, ਬੈਂਗਲੌਰ, ਜਿਹੜਾ ਸਾਡੇ ਨਾਲ ਕੋਈ ਜਿਹੜੇ ਜ਼ੁਬਾਨ ਵੀ ਨਹੀਂ ਸਮਝਦੇ, ਸਾਰੀਆਂ ਅਖਬਾਰਾਂ ਤੇ ਕੰਟਰੋਲ, ਸਾਰੇ ਟੀਵੀ ਚੱਕ ਲੈਣੇ। ਤਾਈਓ ਇਹਨਾਂ ਨੂੰ ਦੁੱਖ ਹੁੰਦਾ ਜਦੋਂ ਮੈਂ ਕਹਿੰਦਾ ਕਿ ਇਹ ਜਿਹੜਾ ਕੇਜੀ ਮੀਡੀਆ ਤੇ ਬਕਾਊ ਮੀਡੀਆ ਬਣ ਗਿਆ ਵਾ। 750 ਕਰੋੜ ਰੁਪਏ ਉਹਦੇ ਲਈ ਖਰਚਣ ਹੈ, ਲੇਕਿਨ ਪੰਜਾਬ ਦੀ ਜਿਹੜੀ ਕਰੋਪੀ ਹੋਈ ਆ, ਇਹਦੇ ਤੇ 700 ਕਰੋੜ ਰੁਪਏ ਲਾਉਣ ਨੂੰ ਹੈ ਨਹੀਂ ਸੀਗਾ। ਅਗਰ 700 ਕਰੋੜ ਰੁਪਏ ਖਰਚਾ ਹੁੰਦਾ ਤੇ ਹੁਣ ਹੋਇਆ ਕੀ ਆ, ਹੁਣ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ। ਮਤਲਬ ਲੱਖਾਂ ਏਕੜ ਫਸਲ ਖਰਾਬ ਹੋ ਗਈ, ਜਿਹੜੇ ਪਸ਼ੂ ਮਰ ਗਏ ਵਿਚਾਰੇ, ਜਿਹੜੀ ਬਿਮਾਰੀ ਬਾਅਦ ਚ ਫੈਲਣੀ ਆ ਹੁਣ, ਔਰ ਜਿਹੜੇ ਕੋਈ 40 ਦੇ ਕਰੀਬ ਇਨਸਾਨ ਮਰ ਗਏ ਨੇ। ਕਦੀ ਹੋਇਆ, ਕਦੀ ਸੁਣਿਆ ਤੁਸੀਂ? 40 ਡੈਥਸ। ਹੁਣ ਆ ਗਈ ਗੱਲ, ਤੁਸੀਂ ਉਹ ਜਿਹੜੀ ਬੱਸ ਸਾਡੀ ਮਨਾਲੀ ਚ ਰੁੜ ਗਈ ਆ। ਹੁਣ ਭਗਵੰਤ ਮਾਨ ਰੋਜ਼ ਐਵੇਂ ਕਦੀ ਕਿਤੇ ਪਹੁੰਚਾ ਟੰਗ ਕੇ ਤੁਰਿਆ ਫਿਰਦਾ, ਕਦੀ ਇਹਨੂੰ ਨਹੀਂ ਸੀ ਪਤਾ ਕਿ ਸਾਡੀ ਬੱਸ ਗਾਇਬ ਹੈਗੀ। ਤੀਜੇ ਚੌਥੇ ਦਿਨ ਜਾ ਕੇ ਬੱਸ ਲੱਭੀ ਹੈ। ਐਡੀ ਨਲਾਇਕ ਸਰਕਾਰ, ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਹਿਮਾਚਲ ਦਾ। ਅੱਛਾ, ਉਹ ਜਿਹੜੇ ਵਿਚਾਰੇ ਮਰ ਗਏ, ਹੁਣ ਇਹ ਕਹਿੰਦੇ ਨੇ ਜੀ ਅਸੀਂ 25 ਪਹਿਲੀ ਗੱਲ ਤਾਂ 25 ਲੱਖ ਕਿਉਂ ਜੀ, ਕਰੋੜ ਰੁਪਇਆ ਕਿਉਂ ਨਹੀਂ? ਤੁਸੀਂ ਕਹਿੰਦੇ ਅਸੀਂ ਜਵਾਨਾਂ ਨੂੰ ਕਰੋੜ ਰੁਪਇਆ, ਕੇਜਰੀਵਾਲ ਕਹਿੰਦਾ ਇਹ ਜਵਾਨ ਨਾਲੋਂ ਘੱਟ ਕੰਮ ਸੀਗਾ। ਵੀ ਤੇ ਸ਼ਹੀਦੀ ਇੱਕ 100% ਉਹ ਆਪਣੀ ਔਨ ਡਿਊਟੀ ਮਰਿਆ ਵਾ, ਔਰ ਹੁਣ ਕਹਿੰਦੇ ਸਾਡੇ ਕੋਲ 25 ਲੱਖ ਵੀ ਹੈ ਨਹੀਂਗਾ। ਤੇ ਫਿਰ ਤੁਸੀਂ ਜਿਹੜਾ ਐਲਾਨ ਕਿਉਂ ਕਰਦੇ, ਝੂਠ ਬੋਲਦੇ? ਤੁਸੀਂ ਕਿਹਾ ਜੀ ਕਿ ਸਰਕਾਰ ਇੱਕ ਪਾਸੇ ਕਹਿੰਦੀ, ਭਗਵੰਤ ਦਾ ਮੈਂ ਸਟੇਟਮੈਂਟ ਸੁਣੀ, ਹਾਂ ਸਾਨੂੰ ਤਾਂ ਪੈਸੇ ਦੀ ਲੋੜ ਹੀ ਨਹੀਂ, ਤੇ ਇੱਕ ਪਾਸੇ ਕਹਿੰਦੇ ਹੁਣ ਅੱਜ ਅਖਬਾਰਾਂ 'ਚ ਆਇਆ ਕਿ 1250 ਕਰੋੜ ਰੁਪਏ ਮੰਗ ਰਹੇ ਆ ਕੇਂਦਰ ਤੋਂ। ਹਾਲਾਂਕਿ ਮੇਰੇ ਹਿਸਾਬ ਨਾਲ ਇਹ ਨੁਕਸਾਨ 10-15 ਹਜ਼ਾਰ ਕਰੋੜ ਰੁਪਏ ਦਾ, ਸੰਪत्ति ਦਾ, ਲਾਈਫ ਪ੍ਰਾਪਰਟੀ ਦਾ, ਜਾਇਦਾਦ, ਜਾਨੀ ਮਾਲੀ। ਕੇਂਦਰ ਨੇ ਤਾਂ ਇਹਨਾਂ ਨੂੰ ਫਿਰ ਵੀ ਜ਼ਿਆਦਾ ਦੇਤਾ। ਕੇਂਦਰ ਨੇ ਤਾਂ ਹੁਣ ਤੱਕ 250 ਕਰੋੜ ਦਿੱਤਾ, ਸਿਰਫ ਇਹਨਾਂ ਨੇ 33 ਦਿੱਤਾ। ਮੈਂ ਤੁਹਾਨੂੰ, ਇਹਨਾਂ ਨੇ ਕੱਖ ਵੀ ਨਹੀਂ ਦਿੱਤਾ। ਇਹ ਤਾਂ ਜਿੰਨੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਲੋਕਾਂ ਨੇ ਕੀਤਾ, ਇਹ ਆਪ ਮੁਹਾਰੇ ਲੋਕਾਂ ਦੀ ਮਦਦ ਆ, ਜਥੇਬੰਦੀਆਂ ਦੀ ਆ, ਔਰ ਸੰਸਥਾਵਾਂ ਦੀ ਆ, ਧਾਰਮਿਕ ਬੰਦਿਆਂ ਦੀ ਆ। ਉਹ ਤਾਂ ਪਹੁੰਚ ਕੇ, ਜੇ ਕਿਤੇ ਇਹ ਪੰਜਾਬ ਦਾ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦਾ ਜਿਹੜੀ ਇੱਕ ਸਪਿਰਿਟ ਆ, ਜੇ ਸਪਿਰਿਟ ਨਾ ਹੁੰਦੀ ਤਾਂ ਇਦਾਂ ਲੋਕੀ ਮਰ ਜਾਣੇ ਸੀ ਬਿਲਕੁਲ ਹੀ ਵਿਚਾਰੇ। ਸੋ ਇਹਨਾਂ ਦਾ ਆਮ ਆਦਮੀ ਬੌਕਰ ਪਾਰਟੀ ਦਾ ਕੋਈ ਰੋਲ ਨਹੀਂ ਇਹਦੇ ਵਿੱਚ। ਇਟਸ ਓਨਲੀ ਨੈਗੇਟਿਵ ਰੋਲ। ਫੋਟੋਆਂ ਖਿਚਾ ਲੀਆਂ, ਅਪਲੋਡ ਕਰਤੀਆਂ, ਇਹਨਾਂ ਦੇ ਕਮਲੇ ਜਿਹੇ ਐਮਐਲਏ ਤੁਰੇ ਫਿਰਦੇ 2-4, ਐਵੇਂ ਕਦੀ ਕੋਈ ਕੁਝ ਪੜ ਲੈਂਦੇ ਹੱਥ 'ਚ, ਕਦੀ ਕੁਝ ਪੜ ਲੈਂਦੇ, ਕਦੀ ਮਿਰਚਾਂ ਫੜ ਲੈਂਦੇ ਨੇ। ਸੋ ਬੇਸਿਕਲੀ ਇਟ ਇਜ਼ ਆਲ ਫੋਟੋ ਆਪਸ ਐਂਡ ਨੋ ਗਰਾਊਂਡ ਰਿਲੀਫ ਐਟ ਆਲ। ਮਿਰਚਾਂ ਵਾਲੇ ਐਮਐਲਏ ਦੀ ਵੀ ਆਪਾਂ ਵਿੱਚ ਗੱਲ ਕਰ ਲੈਨੇ ਆ, ਕਿਉਂਕਿ ਵਾਅਦੇ ਤਾਂ ਦੇਖੋ ਬਹੁਤ ਕੀਤੇ ਆ ਸਰਕਾਰ ਨੇ, ਪਰ ਹਲੇ ਬਹੁਤ ਵਾਅਦੇ ਪੂਰੇ ਕਰਨ ਵਾਲੇ ਰਹਿੰਦੇ ਆ। ਪਰ ਉਹ ਵਾਅਦਿਆਂ ਦੀ ਆਪਾਂ ਗੱਲ ਕਰ ਲੈਂਦੇ ਆ ਜਿਹੜੇ ਉਹਨਾਂ ਦੇ ਆਪਣੇ ਐਮਐਲਏ ਉਹਨਾਂ ਨੂੰ ਚੇਤੇ ਕਰਾ ਰਹੇ ਆ। ਜਿਵੇਂ ਵੋਟਾਂ ਤੋਂ ਪਹਿਲਾਂ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ SC ਭਾਈਚਾਰੇ ਦੇ ਵਿੱਚੋਂ ਡਿਪਟੀ CM ਲਾਵਾਂਗੇ, ਤੇ ਉਹ ਹਲੇ ਤੱਕ ਲਾਇਆ ਨਹੀਂ। ਹੁਣ ਉਹੀ ਦੇਵਮਾਨ ਜਿਹੜੇ ਐਮਐਲਏ ਆ, ਉਹ ਕਹਿੰਦੇ ਕਿ ਸਾਡੀ ਸਰਕਾਰ ਨੂੰ ਲਾਉਣਾ ਚਾਹੀਦਾ SC ਭਾਈਚਾਰੇ ਦੇ ਵਿੱਚੋਂ। ਕਹਿੰਦੇ ਮੈਂ ਵੀ ਐਲੀਜੀਬਲ ਹੈਗਾ। ਪਤਾ ਕਿ ਇਹਨਾਂ ਦੇ ਦੇਵਮਾਨ ਦੀ ਕੀ ਔਕਾਤ ਹੈ ਜੀ। ਇਹਨਾਂ ਦੀ ਕੋਈ ਥਾਣੇਦਾਰ ਨਹੀਂ ਪੁੱਛਦਾ ਇੱਥੇ ਐਮਐਲਏ ਦੀ। ਮੈਨੂੰ ਪਤਾ ਅਸਲ ਰਿਐਲਿਟੀ ਆਮ ਆਦਮੀ ਪਾਰਟੀ ਦੀ ਜਿਹੜੀ ਸਟਾਈਲ ਆਫ ਫੰਕਸ਼ਨਿੰਗ ਪਤਾ ਕੀ ਆ? ਇਹ ਜਿਹੜੇ 92 ਬਣੇ ਹੋਏ ਨੇ ਨਾ, ਇਹਨਾਂ ਚੋਂ ਅਗਲੀ ਵਾਰੀ ਜੇ ਲੋੜ ਪਈ ਉਹਨਾਂ ਨੇ 91 ਵੱਢ ਦੇਣੇ ਨੇ। ਇਹਨਾਂ ਨੂੰ
ਜ਼ਿਲ੍ਹਿਆਂ ਦੇ ਵਿੱਚ ਇਨਸਟਰਕਸ਼ਨਸ ਨੇ ਉੱਪਰੋਂ ਦਿੱਲੀੋਂ ਕਿ ਸਾਡੇ ਐਮਐਲਏਆਂ ਦੇ ਕਹਿਣ ਤੇ ਕੋਈ ਕੰਮ ਨਹੀਂ ਕਰਨਾ। ਉਹ ਆਪਣਾ ਇੱਕ ਸੋਸ਼ਲ ਮੀਡੀਆ ਤੇ ਉੱਭਰੀ ਹੋਈ ਪਾਰਟੀ ਆ, ਉਹ ਇਹ ਸਮਝਦੀ ਕਿ ਅਸੀਂ ਇਦਾਂ ਦੇ ਹਾਲਾਤ ਪੈਦਾ ਕਰਾਂਗੇ ਲੋਕੀ ਨਵੇਂ ਬੰਦੇ ਮੁੜ ਕੇ ਚੱਕ ਲੈਣਗੇ। ਸੋ ਇਹ ਇਹਨਾਂ ਦੀ ਕੋਈ ਔਕਾਤ, ਇਹਦੀ ਕੋਈ ਪੁੱਕਤ ਨਹੀਂ ਹੈਗੀ। ਇਹ ਤਾਂ ਉਹ ਬੰਦਾ ਇਹ ਬੰਦਾ ਕਹਿੰਦਾ ਪਹਿਲਾਂ ਮੈਂ ਆਉਣਾ ਇਹ ਤਾਂ ਉਹ ਬੰਦਾ ਵਾ ਜਿਹੜਾ ਕਹਿੰਦਾ ਸੀ ਮੈਂ ਸਾਈਕਲ ਤੇ ਚੜ੍ਹਨਾ ਜੀ, ਮੁੜ ਕੇ ਲੋਕਾਂ ਨੇ ਇਹਦੇ ਕਾਰ ਦੇ 3 ਲੱਖ 4 ਲੱਖ ਦੇ ਪੈਟਰੋਲ ਦੇ ਬਿੱਲ ਦਿਖਾਤੇ ਆ। ਔਰ ਇਹ ਪਿੱਛੇ ਮੈਨੂੰ ਕੋਈ ਦੱਸਿਆ ਸੀਗਾ ਇਹ ਆ ਪਿਛਲੇ 16 ਮਹੀਨਿਆਂ 'ਚ ਖਰੇ 6 ਵਾਰੀ ਕੈਨੇਡਾ ਗਿਆ ਵਾ। ਕੈਨੇਡਾ ਜਾਣ ਦਾ ਸਭ ਨੂੰ ਅਧਿਕਾਰ ਹੈ, ਮੈਂ ਨਹੀਂ ਕਹਿੰਦਾ, ਪਰ ਇੱਕ ਆਦਮੀ ਜਿਹੜਾ ਇੱਕ ਪਾਸੇ ਕਹਿੰਦਾ ਕਿ ਜੀ ਮੈਂ ਤਾਂ ਚੌਕੀਦਾਰ ਹਾਂ ਜੀ, ਮੈਂ ਸੇਵਾਦਾਰ, ਇਹਦੇ ਬਾਰੇ ਮੈਂ ਬਹੁਤਾ ਜ਼ਿਆਦਾ ਕੁਝ ਹੋਰ ਕਹਿਣਾ ਨਹੀਂ ਚਾਹੁੰਦਾ। ਆਈ ਨੋ ਹਿਜ਼ ਮੈਂਟਲ, ਮੇਰੇ ਨਾਲ ਇਹਨੇ ਕੰਮ ਕੀਤਾ, ਮੈਂ ਦੇਖਿਆ, ਮੈਂ ਜਾਣਦਾ ਕਿੰਨੇ ਕੁ ਜੋਗਾ ਹੈਗਾ। ਸਿਧਾਂਤਕ ਗੱਲ ਜੇ ਤੁਸੀਂ ਵਾਅਦਾ ਕੀਤਾ ਵਾ ਪਹਿਲਾਂ ਉਹ ਪੂਰਾ ਕਰੋ। ਡਿਪਟੀ ਚੀਫ ਮਿਨਿਸਟਰ ਕਿਉਂ ਨਹੀਂ ਲਾਇਆ ਫਿਰ ਤੁਸੀਂ? ਬਿਲਕੁਲ, ਇਹਦਾ ਮਤਲਬ ਜਿਹੜੇ 32 33 35 ਐਮਐਲਏ ਨੇ ਇਹ ਸਾਰੇ ਬੰਦੂਆ ਮਜ਼ਦੂਰ ਆ। ਇਹ ਕੇਜਰੀਵਾਲ ਨੂੰ ਜਾ ਕੇ ਕਹਿ ਨਹੀਂ ਸਕਦੇ ਭਗਵੰਤ ਮਾਨ ਨੂੰ ਕਿ ਤੂੰ ਸਾਡੇ ਨਾਲ ਪ੍ਰੋਮਿਸ ਕੀਤਾ ਸੀ। ਬਿਲਕੁਲ ਬਿਲਕੁਲ, ਉਹ ਤਾਂ ਜੇ ਪ੍ਰੋਮਿਸ ਕੀਤਾ ਤਾਂ ਲਾਓ। ਤੁਸੀਂ ਪ੍ਰੋਮਿਸ ਡਰੱਗਸ ਦਾ ਕੀਤਾ ਤੇ ਖਤਮ ਕਰਕੇ ਦਿਖਾਓ, ਬੇਅਦਬੀਆਂ ਖਤਮ ਕਰਕੇ ਦਿਖਾਓ। ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਲੋਕਾਂ ਨੂੰ ਮਤਲਬ ਮੂਰਖ ਹੀ ਸਮਝ ਰਹੇ ਆ ਸਭ ਨੂੰ। ਬਿਲਕੁਲ। ਔਰ ਅੱਜ ਮੈਂ ਜਾ ਰਿਹਾ ਉੱਥੇ, ਮੈਂ ਪੁੱਛਣਾ ਚਾਹੁੰਦਾ ਮੋੜ ਬੰਬ ਬਲਾਸਟ ਦਾ ਕੀ ਹੋਇਆ? ਦੇਖੋ ਜਿਹੜਾ ਆਪੋਜੀਸ਼ਨ ਨੂੰ ਫੜਿਆ ਜਾ ਰਿਹਾ ਉਹ ਜੀ ਸੱਦ ਕੇ ਤੁਸੀਂ ਇਨਵੈਸਟੀਗੇਸ਼ਨ ਕਰੋ, ਅਸੀਂ ਕਿਸੇ ਨੂੰ ਨਹੀਂ ਰੋਕਦੇ। ਬਿਲਕੁਲ, ਪਰ ਜਿਹੜੇ ਅਸਲ ਗੁਨਾਹਗਾਰ ਆ, ਜਿਹੜਾ ਮੋੜ ਬੰਬ ਬਲਾਸਟ 'ਚ 7 ਬੇਗੁਨਾਹ ਲੋਕ ਮਾਰੇ ਗਏ ਨੇ, ਬੱਚੇ ਮਾਰੇ ਗਏ ਨੇ ਛੋਟੇ ਛੋਟੇ। ਚਲੋ ਮਗਰੀਆਂ ਸਰਕਾਰਾਂ ਨੇ ਨਹੀਂ ਕੀਤਾ, ਔਰ ਆਪੋਜੀਸ਼ਨ 'ਚ ਆਮ ਆਦਮੀ ਪਾਰਟੀ ਨੇ ਮੋੜ ਬੰਬ ਬਲਾਸਟ ਨੂੰ ਬਹੁਤ ਜ਼ੋਰ ਨਾਲ ਉਠਾਇਆ। ਉਹਦੇ ਤਾਕਤਵਰ ਬੰਦੇ ਇਨਵੋਲਡ ਨੇ। ਉਹਦੇ 'ਚ ਇੱਕ ਡੇਰੇ ਦਾ ਮੁਖੀਆ, ਜਿਹਦੇ ਡੇਰੇ ਦੇ ਉੱਤੇ ਗੱਡੀ ਦੇ ਵਿੱਚ RDX ਤਿਆਰ ਕੀਤੀ ਗਈ, ਨੋ ਐਕਸ਼ਨ। ਉਹਦੇ 'ਚ ਹੋਰ ਦੇਖੋ, ਜੇ ਤੁਸੀਂ ਕਹੋ ਕਿ ਅਸੀਂ ਆ ਛੋਟੇ ਛੋਟੇ ਜਿਹੇ ਬੰਦਿਆਂ ਨੂੰ ਫੜ ਕੇ ਅੰਦਰ ਜੇਲ੍ਹਾਂ 'ਚ ਦੇ ਕੇ ਤੇ ਅਸੀਂ ਕੋਈ ਪੰਜਾਬ 'ਚ ਲਾਅ ਐਂਡ ਆਰਡਰ ਕੰਟਰੋਲ ਕਰ ਰਹੇ, ਇਟ ਇਜ਼ ਰੌਂਗ। ਇਹੋ ਜਿਹੇ ਬੰਦੇ ਫੜਨ ਦੀ ਲੋੜ ਹੈ। ਔਰ ਦੂਜੀ ਕਰਪਸ਼ਨ ਦੀ ਗੱਲ, ਜਦੋਂ ਤਾਂ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਦਿੱਲੀ, ਸਿਸੋਡੀਆ ਤੇ ਸਤਿੰਦਰ ਜੈਨ ਜਿਹੜੇ 8-9 ਮਹੀਨਿਆਂ ਦੇ ਜੇਲ੍ਹਾਂ 'ਚ ਨੇ, ਜਿਨ੍ਹਾਂ ਨੂੰ ਹਾਈ ਕੋਰਟ ਨੇ ਬੇਲਾਂ ਡਿਨਾਈ ਕੀਤੀਆਂ, ਉਹਨਾਂ ਨੂੰ ਕਹੀ ਜਾਂਦੇ ਕੱਟੜ ਇਮਾਨਦਾਰ ਹੈ। ਇੱਧਰ ਸਾਡੇ ਵਾਲਿਆਂ ਨੂੰ ਕਹਿੰਦੇ ਜੇ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ। ਜੇ ਇਹ ਭ੍ਰਿਸ਼ਟ ਨੇ ਫਿਰ ਤੁਹਾਡੇ ਵਾਲੇ ਵੀ ਭ੍ਰਿਸ਼ਟ ਆ, ਜੇ ਉਹ ਕੱਟੜ ਇਮਾਨਦਾਰ ਹੈ ਫਿਰ ਸਾਡੇ ਵਾਲੇ ਵੀ ਕੱਟੜ ਇਮਾਨਦਾਰ ਹੈ। ਦੋਹਰੇ ਮਾਪਦੰਡ ਨਹੀਂ। ਇਹ ਮਤਲਬ ਕਿ ਲੋਕਾਂ ਦੀਆਂ ਅੱਖਾਂ ਵਿੱਚ ਸਰਾਸਰ ਘੱਟਾ ਪਾ ਰਹੇ ਟੁੱਟ। ਇੱਕ ਬੜਾ ਅਹਿਮ ਸਵਾਲ ਹੈ ਖੈਰਾ ਸਾਹਿਬ, ਹੁਣ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ, ਤੁਹਾਡੀ ਪਾਰਟੀ ਦਾ ਉੱਪਰ ਗੱਠਜੋੜ ਵੀ ਹੋ ਗਿਆ, ਤੇ ਫਿਰ ਪੰਜਾਬ ਦੇ ਵਿੱਚ ਕੀ ਸਥਿਤੀ ਹੈ, ਤੁਸੀਂ ਕੀ ਸੋਚਦੇ ਹੋ ਇਸ ਚੀਜ਼? ਓਕੇ, ਬ੍ਰੌਡਲੀ ਮੈਂ ਸਮਝਦਾ ਕਿ ਬੇਸਿਕਲੀ ਕੀ ਆ ਕਿ ਇੱਕ ਬੀਜੇਪੀ ਨੂੰ ਵੀ ਰੋਕਣ ਦੀ ਲੋੜ ਹੈ ਦੇਸ਼ ਵਿੱਚ। ਅਗਰ ਬੀਜੇਪੀ ਵਰਗੀ ਤਾਨਾਸ਼ਾਹ ਕਮਿਊਨਲ ਫਿਰਕਾ ਪ੍ਰਸਤ ਪਾਰਟੀ ਰਹੇਗੀ ਤੇ ਉਹਦੇ 'ਚ ਸਭ ਤੋਂ ਜ਼ਿਆਦਾ ਖਤਰਾ ਮਾਈਨੋਰਿਟੀਜ਼ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ। ਇਸ ਕਰਕੇ ਅਸੀਂ ਸਾਰੇ ਬੀਜੇਪੀ ਦੇ ਸਖਤ ਖਿਲਾਫ ਹਾਂ ਔਰ ਅਸੀਂ ਸਪੋਰਟ ਕਰਦੇ ਕਿ ਬ੍ਰੌਡਰ ਨੈਸ਼ਨਲ ਯੂਨਿਟੀ। ਉਹਦੇ 'ਚ 26 ਪਾਰਟੀਆਂ, ਉਹਦੇ 'ਚ ਇਕੱਲਾ ਕੇਜਰੀਵਾਲ ਨੇ, ਔਰ ਕੇਜਰੀਵਾਲ ਆਪਣੀ ਲੋੜ ਨੂੰ ਆਇਆ। ਇਹ ਹੁਣ ਆਰਡੀਨੈਂਸ ਦੀ ਗੱਲ ਕਰ ਰਹੇ ਨੇ ਕਿ ਸਾਡੇ ਜੇ ਅਧਿਕਾਰ ਖੋਲੇ, ਇਹ ਸਿਰਫ ਐਡਮਿਨਿਸਟ੍ਰੇਟਿਵ ਪਾਵਰਸ ਹੋਈਆਂ, ਬਦਲੀਆਂ ਕਰਨਗੀਆਂ। ਪਹਿਲਾਂ ਕੇਜਰੀਵਾਲ ਨੂੰ ਆਪੋਜੀਸ਼ਨ ਨੇ ਪੁੱਛਿਆ ਮੀਟਿੰਗ 'ਚ, ਪਹਿਲੀ ਮੀਟਿੰਗ 'ਚ ਬਿਠਾ ਕੇ ਉਮਰ ਅਬਦੁੱਲਾ ਨੇ, ਕਹਿੰਦਾ ਜਦੋਂ ਸਾਡੇ ਜੰਮੂ ਕਸ਼ਮੀਰ ਦੇ 3 ਟੋਟੇ ਕੀਤੇ ਗਏ, ਯੂਟੀਆਂ ਬਣਾਈਆਂ, ਤੁਸੀਂ ਕੇਜਰੀਵਾਲ ਸਾਹਿਬ ਮੋਦੀ ਨੂੰ ਵਧਾਈ ਦਿੱਤੀ ਆ, ਤੁਸੀਂ ਉਹਦੀ ਸਮਰਥਨ ਕੀਤਾ ਵਾ, ਹੁਣ ਤੁਸੀਂ ਕਿਹੜੇ ਮੂੰਹ ਨਾਲ ਸਾਡੀ ਮੰਗ ਰਹੇ ਹੋ? ਸੋ ਇਸ ਕਰਕੇ ਅਗਰ ਹੁਣ ਅਲਾਇੰਸ ਦਾ ਕੇਜਰੀਵਾਲ ਹਿੱਸਾ ਹੈ ਵੀ ਆ, ਤਾਂ ਅਸੀਂ ਪਹਿਲਾਂ ਆਪਣੀ ਹਾਈ ਕਮਾਂਡ ਨਾਲ, ਪਾਰਟੀ ਨਾਲ ਗੱਲ ਸਾਡੇ ਲੀਡਰਸ ਨੇ ਕੀਤੀ ਹੋਈ ਹੈ। ਅਸੀਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਫੈਸਲਾ ਲੈਂਦੇ ਨੇ ਅਲਾਇੰਸ ਦੇ ਪ੍ਰਤੀ। ਲੇਕਿਨ ਸਾਡੀ ਹਰ ਮੁਮਕਿਨ ਕੋਸ਼ਿਸ਼ ਹੋਵੇਗੀ ਕਿ ਸਾਡਾ ਇਹਨਾਂ ਦੇ ਨਾਲ ਕੋਈ ਸਰੋਕਾਰ ਨਹੀਂਗਾ। ਅਸੀਂ ਆਪਣੀ ਇਲੈਕਸ਼ਨ ਲੜਾਂਗੇ, ਅਸੀਂ ਆਪਣਾ ਰੋਲ ਐਜ਼ ਆਪੋਜੀਸ਼ਨ ਪਲੇ ਕਰਨਾ ਇਫੈਕਟਿਵ। ਇਹ ਗੱਲ ਸਾਡੇ ਸਾਰੇ ਯੂਨਿਟ ਨੇ ਉੱਥੇ ਦਿੱਲੀ ਕਨਵੇ ਕੀਤੀ ਹੋਈ ਹੈ। ਐਂਡ ਆਈ ਐਮ ਕੁਆਇਟ ਸ਼ੋਰ ਕਿ ਦਿੱਲੀ ਦੀ ਕੋਈ ਵੀ ਪਾਰਟੀ ਦੀ ਲੀਡਰਸ਼ਿਪ ਅਗਰ ਆਪਣੀ ਥੱਲੜੀ ਯੂਨਿਟ ਦੀ ਪਾਰਟੀ ਦੀ ਲੀਡਰਸ਼ਿਪ ਦੀ ਭਾਵਨਾਵਾਂ ਦੇ ਉਲਟ ਥੋੜ੍ਹਾ ਕੰਮ ਕਰ ਸਕਦੀ ਹੈ। ਸੋ ਮੈਨੂੰ ਇਹ ਆਸ ਆ ਕਿ ਕਿਸੇ ਤਰ੍ਹਾਂ ਦੀ ਸੀਟ ਐਡਜਸਟਮੈਂਟ ਨਹੀਂ ਹੋਵੇਗੀ। ਅਸੀਂ ਲੜਾਂਗੇ ਤਗੜੇ ਹੋ ਕੇ। ਹਾਂ, ਉਹਦਾ ਆਪੋਜੀਸ਼ਨ ਯੂਨਿਟੀ ਵਿੱਚ ਫਿਰੀ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ। ਦਿੱਲੀ ਅਗਰ ਕਰਨਾ, ਉਹ ਦਿੱਲੀ ਦਾ ਯੂਨਿਟ ਦੱਸ ਸਕਦਾ। ਇੱਕ ਸਵਾਲ ਹੋਰ ਹੈ ਖੈਰਾ ਸਾਹਿਬ, ਇਹ ਮੇਰਾ ਨਹੀਂ, ਇਹ ਆਮ ਲੋਕਾਂ ਦਾ ਵੀ ਸਵਾਲ ਹੈ ਔਰ ਨਾ TRP ਦੇ ਲਈ ਹੈ। ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਅਸੀਂ ਲੜਦੇ ਦੇਖ ਰਹੇ ਹਾਂ, ਇਕੱਲਿਆਂ ਲੜਦੇ ਦੇਖ ਰਹੇ ਹਾਂ ਔਰ ਵਨ ਮੈਨ ਆਰਮੀ ਦੇ ਤੌਰ ਤੇ ਦੇਖ ਰਹੇ ਹਾਂ, ਸਰਕਾਰ ਦੇ ਖਿਲਾਫ ਲੜਦੇ ਹਾਂ। ਤੁਹਾਨੂੰ ਪਾਰਟੀ ਪੱਧਰ ਤੇ ਜਿਹੜਾ ਸਹਿਯੋਗ ਜਿਹੜਾ ਉਹ ਮਿਲਦਾ ਦਿਖਾਈ ਨਹੀਂ ਦੇ ਰਿਹਾ। ਹੋ ਸਕਦਾ ਲੋਕਾਂ ਨੂੰ ਲੱਗਦਾ, ਸਾਨੂੰ ਲੱਗਦਾ ਹੋਵੇ, ਤੁਹਾਨੂੰ ਕੀ ਲੱਗਦਾ ਹੈ? ਉਹ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਪਾਰਟੀ ਪੱਧਰ ਤੇ ਸਹਿਯੋਗ ਮਿਲਦਾ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਜਦੋਂ ਤੁਹਾਡੇ ਤੇ ਪਰਚਾ ਹੋਇਆ ਉਦੋਂ ਵੀ ਮੈਂ ਦੇਖਿਆ ਕਿ ਤੁਸੀਂ ਅਪੀਲ ਵੀ ਕੀਤੀ ਸੀ ਕਿ ਪਾਰਟੀ ਮੇਰੇ ਹੱਕ ਦੇ ਵਿੱਚ ਖੜੂਗੀ, ਕਿਉਂਕਿ ਮੈਂ ਪਾਰਟੀ ਦੀ, ਲੋਕਾਂ ਦੀ ਲੜਾਈ ਲੜ ਰਿਹਾ ਸਰਕਾਰ ਦੇ ਖਿਲਾਫ। ਪਰ ਆਸ਼ੂ ਦੇ ਹੱਕ ਦੇ ਵਿੱਚ, ਸਾਧੂ ਸਿੰਘ ਧਰਮ ਦੇ ਸੋਧ ਦੇ ਹੱਕ ਦੇ ਵਿੱਚ, ਉਹਨਾਂ ਦੇ ਹੱਕ ਦੇ ਵਿੱਚ ਧਰਨੇ ਲੱਗ ਰਹੇ ਆ ਜਿਹੜੇ ਕਿ ਕਰਪਸ਼ਨ ਦੇ ਵਿੱਚ ਫਸੇ। ਜਿਹੜੇ ਲੋਕਾਂ ਦੀ ਲੜਾਈ ਲੜਨ ਵਾਲੇ ਸੁਖਪਾਲ ਸਿੰਘ ਖਹਿਰਾ, ਉਹਨਾਂ ਦੇ ਹੱਕ ਦੇ ਵਿੱਚ ਕਾਂਗਰਸ ਖੜਦੀ ਦਿਖਾਈ ਨਹੀਂ ਦਿੱਤੀ ਕਿਤੇ। ਦੇਖੋ, ਇੱਕ ਨਾ ਪਹਿਲਾਂ ਮੇਰਾ
ਤਰੀਕੇਕਾਰ ਤੇ ਮੇਰਾ ਪਿਛੋਕੜ ਦੇਖੋ। ਇਹ ਜਿਹੜੀ ਲੜਾਈ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਲੜਦਾ, ਇਹ 2 4 5 10 ਦਿਨ ਦੀ ਲੜਾਈ ਨਹੀਂ ਗੀ। ਬਿਲਕੁਲ ਮੈਨੂੰ ਐਗਜ਼ੈਕਟਲੀ ਰਾਜਨੀਤੀ ਵਿੱਚ ਮੈਂ 97 ਚ ਇਲੈਕਸ਼ਨ ਲੜੀ ਸੀਗੀ ਤੇ ਮੇਰਾ ਖਿਆਲ 25 27 ਸਾਲ ਹੋ ਚੱਲੇ ਨੇ। ਮੈਂ ਹਰ ਸਰਕਾਰ, ਹਰ ਸਿਸਟਮ ਦੇ ਖਿਲਾਫ, ਕਈ ਵਾਰ ਲੋੜ ਪਈ ਤਾਂ ਮੇਰੇ ਸਾਡੀ ਪਾਰਟੀ ਜਾਂ ਆਪਣੀ ਸਰਕਾਰ ਹੋਵੇ ਉੱਥੇ ਵੀ ਲੜਦਾ ਰਿਹਾ ਹਾਂ। ਠੀਕ ਹੈ, ਬਿਲਕੁਲ। ਔਰ ਮੈਂ ਦੇਖੋ, ਮੇਰੇ ਨਾਲ ਹਮਦਰਦੀ, ਇੱਕ ਪਹਿਲੀ ਗੱਲ ਤਾਂ ਉਸ ਵਾਹਿਗੁਰੂ ਦੇ ਪਰਮਾਤਮਾ ਨੇ ਮੈਨੂੰ ਹਮੇਸ਼ਾ ਮਤਲਬ ਅੱਜ ਤੱਕ ਬੇਦਾਗ ਕਰਕੇ ਕੱਢਿਆ, ਤੇ ਆ ਜਿਹੜੇ ਹੁਣ ਹਮਲੇ ਕਰ ਰਿਹਾ ਬੋਕਰ ਪਾਰਟੀ, ਇਹ ਚੋਂ ਵੀ ਬੇਦਾਗ ਹੋ ਕੇ ਨਿਕਲਾਂਗੇ। ਦੇयर इज नो, ਬਿਕੋਜ਼ ਮੈਂ ਕੁਝ ਗਲਤ ਕੰਮ ਨਹੀਂ ਕੀਤਾ ਬਿਲਕੁਲ ਵੀ। ਬਿਲਕੁਲ। ਰਹਿ ਗਈ ਗੱਲ ਪਾਰਟੀ ਦੀ ਸਪੋਰਟ, ਵੈਸੇ ਤਾਂ ਪਾਰਟੀ ਚੋਂ ਚੁਣਿੰਦਾ ਲੋਕ ਜਿਹੜੇ ਨੇ, ਜਿੱਦਾਂ ਪ੍ਰਤਾਪ ਸਿੰਘ ਬਾਜਵਾ, ਉਹ ਮੇਰੀ ਉਹਨਾਂ ਨੇ ਸਪੋਰਟ ਕੀਤੀ। ਇੱਕ ਵਾਰ ਰਾਜੇ ਵੜਿੰਗ ਨੇ ਵੀ ਜਲੰਧਰ ਕਟਾਰੂ ਚੱਕ ਦੇ ਮਾਮਲੇ 'ਚ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ, ਜਾਂ ਚਲੋ ਹੋਰ ਵੀ ਲੀਡਰਸ, ਨਵਜੋਤ ਸਿੰਘ ਸਿੱਧੂ ਅਤੇ ਹੋਰ ਪ੍ਰਗਟ ਸਿੰਘ ਆਦਿ, ਹੋਰ ਜਿਹੜੇ ਮੈਂ ਨਾਮ ਭੁੱਲ ਰਿਹਾ ਹੋਊਂਗਾ ਕਈਆਂ ਦੇ, ਬਹੁਤ ਸਾਰੇ ਲੀਡਰਸ ਕਰਦੇ ਸੀ। ਹਾਂ, ਇੱਕ ਗੱਲ ਜ਼ਰੂਰ ਪਬਲਿਕ ਡੋਮੇਨ 'ਚ ਜਾ ਰਹੀ ਆ ਕਿ ਤੁਸੀਂ ਜਿਨ੍ਹਾਂ ਲੀਡਰਸ ਦੇ ਨਾਮ ਲਏ, ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ, ਉਹਨਾਂ ਦੀ ਉੱਪਰ ਕੇ ਸਪੋਰਟ ਹੋ ਰਹੀ ਹੈ ਤੇ ਖਹਿਰੇ ਦੀ ਉੱਪਰ ਕੇ ਨਹੀਂ ਹੋ ਰਹੀ। ਹੁਣ ਇਹਦਾ ਨੁਕਸਾਨ ਕਿਹਨੂੰ ਹੋ ਰਿਹਾ? ਮੈਨੂੰ ਤਾਂ ਕੋਈ ਨੁਕਸਾਨ ਨਹੀਂ ਹੋ ਰਿਹਾ। ਮੈਨੂੰ ਪਰਸਨਲੀ ਅਗਰ ਮੇਰੇ ਖਿਲਾਫ ਸਰਕਾਰ ਕੋਈ ਪਰਚੇ ਦਰਜ ਕਰਦੀ, ਉਹ ਅਸਲ ਵਿੱਚ ਜਿੱਦਾਂ ਫੌਜ ਦੇ ਮੈਡਲ ਹੁੰਦੇ, ਉਹ ਮੈਡਲ ਆ। ਬਿਲਕੁਲ। ਮੇਰੇ ਤੇ ਮੈਂ ਗਿਣ ਰਿਹਾ ਸੀਗਾ 13ਵਾਂ ਮੁਕੱਦਮਾ ਕੀਤਾ ਭਗਵੰਤ ਮਾਨ ਨੇ ਇਸੇ ਸਰਕਾਰ। ਹਾਂ, ਮਨੇ ਇਸ ਸਰਕਾਰ ਦਾ ਤੀਸਰਾ ਤੇ 10 ਪਹਿਲਾਂ ਤੋਂ 13 ਮੁਕੱਦਮਿਆਂ ਤੋਂ ਬਾਅਦ ਮੈਂ ਕਿੱਥੇ ਖੜਾ ਵਾਂ? ਮੈਂ ਕਦੀ ਮਿਨਿਸਟਰ ਨਹੀਂ ਬਣਿਆ, ਮੈਂ ਕੋਈ ਅਹੁਦਾ ਨਹੀਂ ਮਾਣਿਆ। 13 ਮੁਕੱਦਮੇ ਹੋਣ ਤੋਂ ਬਾਅਦ ਅੱਜ ਮੈਂ ਪਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿਣਾ ਕਿ ਮੇਰੀ ਇੱਕ ਵਿਸ਼ਵ ਭਰ, ਇਕੱਲੇ ਪੰਜਾਬ 'ਚ ਨਹੀਂ, ਲੋਕ ਰਿਸਪੈਕਟ ਕਰ ਰਹੇ। ਸੋ ਮੈਨੂੰ ਤਾਂ ਫਾਇਦਾ ਹੋ ਰਿਹਾ ਵਾ। ਅਗਰ ਪਾਰਟੀ ਪਿੱਛੇ ਹਟ ਰਹੀ ਆ ਜਾਂ ਫੁੱਲ 100% ਸਪੋਰਟ ਨਹੀਂ ਕਰ ਰਹੀ, ਨੁਕਸਾਨ ਫਿਰ ਉਹਨਾਂ ਦਾ ਹੋ ਰਿਹਾ ਵਾ। ਔਰ ਇਹ ਗੱਲ ਮੈਂ ਪਾਰਟੀ 'ਚ ਕਹਿਣਾ ਵਾ, ਜਿੱਦਾਂ ਹੁਣ ਫਰਜ਼ ਕਰੋ ਕੋਈ ਮੁੱਦਾ ਮੈਂ ਲੁੱਕ ਕੇ ਨਹੀਂ ਜਾਂਦਾ। ਜਦੋਂ ਅੰਮ੍ਰਿਤਪਾਲ ਦਾ ਗ੍ਰਿਫਤਾਰੀ ਹੋਈ, ਮੈਨੂੰ ਯਾਦ ਆ ਉਹ 18 ਮਾਰਚ ਸੀਗਾ ਤੇ 22 ਮਾਰਚ ਨੂੰ ਸਾਡਾ ਇੱਕ ਦਿਨ ਦਾ ਸੈਸ਼ਨ ਸੀਗਾ। ਹੁਣ ਉੱਥੇ ਮੈਂ ਪਾਰਟੀ 'ਚ ਸਾਰਿਆਂ ਨੇ ਗੱਲਬਾਤ ਰੱਖੀ ਆਪਣੀ ਕਿ ਜੀ, ਕਿਉਂਕਿ ਮੈਂ ਕਾਲੇ ਕਾਨੂੰਨਾਂ ਦਾ ਅੱਜ ਦਾ ਨਹੀਂ, ਅਰਸੇ ਤੋਂ ਇਹਦਾ ਵਿਰੋਧ ਕਰਦਾ, ਚਾਹੇ ਉਹ NSA ਆ, ਚਾਹੇ ਉਹ ਯੂਆਪਾ ਵਾ, ਚਾਹੇ ਉਹ ਕੋਈ ਟਾਡਾ ਵਾ। ਜਦੋਂ ਵੀ ਕਿਤੇ ਇਦਾਂ ਦਾ ਮੈਂ, ਕਿਉਂਕਿ ਅਸੀਂ ਹੰਡਾਇਆ, ਮੇਰੇ ਪਿਤਾ ਜੀ ਨੂੰ ਬਹੁਤ ਵਾਰ NSA 'ਚ ਅਰੈਸਟ ਕੀਤਾ ਗਿਆ। ਸੋ ਸਾਰੀ ਪਾਰਟੀ ਦੇ ਵਿੱਚ ਕਈਆਂ ਦੀ ਥੋੜੀ ਜਿਹੀ ਵਿਚਾਰਧਾਰਾ ਜਿਹਨੂੰ ਕਹਿੰਦੇ ਕਿ ਹੁੰਦੀ ਆ ਕਿ ਅਸੀਂ ਜੀ ਮਤਲਬ NSA ਨੂੰ ਕਈ ਥੋੜਾ ਅੰਦਰੋਂ ਸਪੋਰਟ ਵੀ ਕਰ ਰਹੇ ਸੀ। ਮੈਂ ਸਭ ਦੀ ਗੱਲ ਸੁਣਨ ਤੋਂ ਬਾਅਦ ਆਪਣੀ ਪਾਰਟੀ 'ਚ ਕਿਹਾ ਕਿ ਮੈਂ ਕਿਹਾ ਮੈਂ ਕਦੀ ਵੀ ਸਪੋਰਟ ਨਹੀਂ ਕਰਨੀ। ਮੈਂ ਮਤ ਸਮਝਣਾ ਕਿ ਮੈਂ ਅੰਮ੍ਰਿਤਪਾਲ ਦੀ ਸਪੋਰਟ ਕਰ ਰਿਹਾ। ਮੈਂ ਇੱਕ ਸਿਧਾਂਤਕ ਗੱਲ ਕਹਿ ਰਿਹਾ ਕਿ ਜਦ ਸਾਡੇ ਕੋਲ ਸਾਰੇ ਕਾਨੂੰਨ ਪੰਜਾਬ ਦੀ ਪੁਲਿਸ ਕੋਲ ਹੈਗੇ ਨੇ, ਤੁਸੀਂ ਬਣਦੀ ਉਹਨੂੰ ਸਜ਼ਾ ਦਿਓ। ਜੇ ਉਹਨੇ ਅਜਨਾਲੇ ਕੁਝ ਕੀਤਾ ਜਾਂ ਵੱਖਵਾਦ ਦੀ ਗੱਲ ਕਰਦਾ, ਵੀ ਹੈਵ ਦ ਲਾਅ। ਤੁਹਾਨੂੰ ਕਿਹਨੇ ਕਿ ਅਧਿਕਾਰ ਦਿੱਤਾ ਕਿ ਤੁਸੀਂ NSA ਲਾ ਕੇ ਸਾਡੇ ਨੌਜਵਾਨਾਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦਿਓ? ਮੈਂ ਕਿਹਾ ਮੈਂ ਕਹਿਣੀ ਹੈ ਗੱਲ ਬਾਹਰ ਜਾ ਕੇ, ਔਰ ਮੈਂ ਗੱਲ ਕਹੀ ਹੈ। ਸੋ ਹੋ ਕੀ ਰਿਹਾ ਵਾ ਓਵਰ ਅ ਪੀਰੀਅਡ ਆਫ ਟਾਈਮ, ਜੋ ਕੁਝ ਵੀ ਮੈਂ ਪੰਜਾਬ ਲਈ ਜਦ ਖੜਾ ਹੋਇਆ, ਚਾਹੇ ਮੈਂ ਕਿਸੇ, ਹੁਣ ਦੇਖੋ ਨਾਰਮਲ ਕੋਰਸ ਵਿੱਚ ਕੀ ਹੁੰਦਾ ਕਿ ਜਦੋਂ ਆਦਮੀ ਕੋਈ ਪਾਰਟੀ ਬਦਲ ਲੈਂਦਾ ਤਾਂ ਲੋਕੀ ਬਹੁਤ ਗਿਲਾ ਕਰਦੇ ਆ, ਪਰ ਦੇਖੋ ਆ ਤੁਹਾਡੇ ਸਾਹਮਣੇ ਮੈਂ ਬੈਠਾ ਕਿਉਂਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨੇ ਪਾਰਟੀ ਕੋਈ ਨਿੱਜੀ ਫਾਇਦੇ ਲਈ ਨਹੀਂ ਕੀਤੀ। ਇਹ ਕੋਈ ਜਾ ਕੇ ਮੰਤਰੀ ਨਹੀਂ ਬਣਿਆ ਓਵਰਨਾਈਟ, ਜਾਂ ਕੋਈ ਇਹਨੇ ਸਹੁੰ ਚੱਕ ਕੇ ਕੋਈ ਅਹੁਦਾ ਨਹੀਂ ਲੈ ਲਿਆ। ਮੈਂ ਪਾਰਟੀ ਬਦਲਦਾ, ਜੇ ਅਗਰ ਬਦਲਦਾ ਤਾਂ ਮੋਸਟਲੀ ਮੇਰੇ ਆਪਣੇ ਸਟੇਟ ਦੇ ਇਸ਼ੂਜ਼ ਨਾਲ ਸਾਹਮਣੇ ਹੁੰਦੇ ਨੇ। ਸੋ ਇਸ ਕਰਕੇ ਅੱਜ ਬਚੇ ਹੋਏ ਆ। ਅੱਜ ਦੇ ਯੁੱਗ ਵਿੱਚ ਜਿੱਥੇ ਸਾਰਿਆਂ ਤੇ ਮਤਲਬ ਦੋਸ਼ ਲੱਗ ਰਹੇ ਨੇ, ਲੋਕਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ, ਉਹ ਸਾਰੀ ਲੜਾਈ 'ਚ ਮੈਂ ਅੱਜ ਲੜ ਕੇ ਸਾਹਮਣੇ ਆਣਾ। ਹੁਣ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਵਿਜੀਲੈਂਸ ਦਾ ਦੁਰਉਪਯੋਗ ਹੋ ਰਿਹਾ, ਸਾਰਿਆਂ ਨੂੰ ਫੜੋ ABC। ਮੇਰਾ ਕਿਸੇ ਨਾਲ ਕੋਈ ਪਰਸਨਲ ਨਹੀਂ ਹੈਗੀ। ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਵਿਜੀਲੈਂਸ ਤੁਹਾਡੀ ਜਾਂਚ ਕਿਉਂ ਨਹੀਂ ਕਰਦੀ? ਇਹਦੇ ਪਰਿਵਾਰ ਦੀ ਗੱਲ ਹੀ ਕਰ ਲਈਏ, ਸਿੱਧਾ ਹੋਣਾ ਡਾਇਰੈਕਟਲੀ ਜੀ। ਇਹਨਾਂ ਕੋ ਇੰਨਾ ਹੀਰੇ ਜਵਾਹਰਾਤ ਕਿੱਥੋਂ ਆ ਗਏ ਨੇ? ਸੋਨਾ। ਹਾਂ, 16 ਮਹੀਨਿਆਂ ਇਹਨਾਂ ਦੇ ਮਾਤਾ ਜੀ ਦੇ ਕੋਲ, ਇਹਨਾਂ ਦੀ ਭੈਣ ਜੀ ਦੇ ਕੋਲ, ਇਹਨਾਂ ਦੀ ਘਰ ਵਾਲੀ ਦੇ ਕੋਲ, ਇਹ ਕਿਲੋਆਂ ਦੇ ਹਿਸਾਬ ਨਾਲ ਸੋਨਾ ਕਿੱਥੋਂ ਆ ਗਿਆ? ਆ ਜਿਹੜੀ ਹੁਣ ਇਹਨੇ ਇੱਕ ਐਨੀਵਰਸਰੀ ਮਨਾਈ ਹੈ, ਉਹਦਾ ਕਹਿੰਦੇ ਅਸੀਂ ਸਧਾਰਨ ਜਿਹੇ ਬੰਦੇ ਆ ਜੀ। ਇਦਾਂ ਦੀ ਐਨੀਵਰਸਰੀ ਤਾਂ ਮੈਨੂੰ ਲੱਗਦਾ ਅਮਰਿੰਦਰ ਸਿੰਘ ਵੀ ਮਨਾਉਂਦਾ ਸੀਗਾ। ਕਦੀ ਦੇਖੀ ਤੁਸੀਂ? ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇਹਨਾਂ ਦੀ ਮਾਤਾ ਦੀ, ਮਾਫ ਕਰਨਾ ਚੰਗਾ ਲੱਗਦਾ, ਮੈਂ ਔਰਤਾਂ ਦੇ ਖਿਲਾਫ ਕਦੀ ਟਿੱਪਣੀ ਨਹੀਂ ਕੀਤੀ, ਹਾਲਾਂਕਿ ਇਹ ਪਰਚੇ ਦਰਜ ਕਰ ਰਹੇ ਸਾਡੀ ਫੈਮਿਲੀ ਦੇ ਔਰਤਾਂ ਤੇ। ਇਹਨਾਂ ਦੇ ਕੋਲ ਇੰਨਾ ਕਰੋੜ ਰੁਪਏ ਦੀਆਂ ਅੰਗੂਠੀਆਂ ਕਿੱਥੋਂ ਆ ਗਈਆਂ ਜੀ? ਵਿਜੀਲੈਂਸ ਕਿੱਥੇ ਲੁੱਕ ਗਈ ਆ? ਕਿੱਥੇ ਨੇ DIG ਜਿਹੜੇ IPS ਆ ਆਪਣੇ ਆਪ ਬੜੇ
ਫੰਨੇ ਖਾਂ ਸਮਝਦੇ ਨੇ। ਤੁਹਾਡੀ ਗੱਲ ਦੇ ਵਿੱਚ ਹੀ ਐਡ ਕਰਨ ਲੱਗਿਆ ਮੈਂ, ਇਹਨਾਂ ਦੀ ਮਾਤਾ ਜੀ ਦੀ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ ਵਿੱਚ ਕਹਿ ਰਹੇ ਸੀ ਕਿ ਮੇਰਾ ਤਾਂ ਇਹ ਘਰ ਦਾ ਗੁਜ਼ਾਰਾ ਜਿਹੜਾ ਉਹ ਪੈਨਸ਼ਨ ਦੇ ਨਾਲ ਚੱਲ ਰਿਹਾ, ਔਰ ਸਾਡੇ ਕੋਲ ਤਾਂ ਜਿਹੜੀ ਸੰਗਰੂਰ ਦੇ ਵਿੱਚ ਕਹਿੰਦੀ ਕਿਰਾਏ ਤੇ ਕੋਠੀ ਲਈ ਆ ਮਾਤਾ ਜੀ ਕਹਿੰਦੇ, ਉਹਦਾ ਕਿਰਾਇਆ ਦੇਣ ਲਈ ਵੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ। ਤੇ ਫਿਰ ਹਰਸਿਮਰਤ ਬਾਦਲ ਦੇ ਕਹਿਣਾ ਤੇ ਸਵਾਲ ਸੀ, ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਜਦੋਂ ਬਾਦਲਾਂ ਨੂੰ ਟਾਂਚਾਂ ਕਰਦੇ ਸੀ ਇਹ ਤਾਂ ਜੀ ਪਰਿਵਾਰਵਾਦ ਆ ਜੀ, ਇਹ ਤਾਂ ਜੀ ਦੇਖੋ ਕਿੰਨੀਆਂ ਕਿੰਨੀਆਂ ਗੱਡੀਆਂ 'ਚ ਚੜ੍ਹਦੇ ਨੇ ਜੀ, ਇਹ ਮਹਿਲਾਂ 'ਚ ਰਹਿਣ ਵਾਲੇ ਲੋਕੀ, ਇਹ ਹੁਣ ਘੱਟ ਕਰ ਰਹੇ ਨੇ। ਤੇ ਇਹਨਾਂ ਨੂੰ ਐ ਲੱਗਦਾ ਕਿ ਲੋਕੀ ਤਾਂ ਅੰਨੇ ਹੋਏ ਨੇ, ਸਾਨੂੰ ਕਿਹੜਾ ਕੋਈ ਦੇਖ ਰਿਹਾ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ, ਬੱਚੇ ਤੱਕ ਇਹਨਾਂ ਦੀਆਂ ਜਿਹੜੀਆਂ ਜੋ ਅਯਾਸ਼ੀ ਕਰ ਰਹੇ ਨੇ ਐਟ ਦ ਕਾਸਟ ਆਫ ਸਟੇਟ ਐਕਸਚੇਕਰ, ਸਰਕਾਰੀ ਗੱਡੀਆਂ 'ਚ ਪਰਿਵਾਰ ਚੜ ਰਿਹਾ ਵਾ। ਕਦੀ ਚੜਿਆ ਸੀ ਕਿਸੇ ਦਾ ਪਰਿਵਾਰ? ਲਿਆਓ ਦਿਖਾਓ ਮੈਨੂੰ ਅਮਰਿੰਦਰ ਸਿੰਘ ਦਾ ਪਰਿਵਾਰ। ਮੈਂ ਕਿਦੋਂ, ਉਹ ਤਾਂ ਫਿਰ ਵੀ ਇਲੈਕਟਡ ਸੀਗੇ ਬੰਦੇ, ਇਹ ਤਾਂ ਵਿਦਆਊਟ ਇਲੈਕਸ਼ਨ ਹੀ ਸਾਰਾ ਸਰਕਾਰ ਦਾ। ਰਾਘਵ ਚੱਡਾ ਦੀ ਜਿਹੜੀ ਮੰਗਣੀ ਹੋਈ ਹੈ ਉਹ ਵੀ ਕਪੂਰਥਲਾ ਹਾਊਸ ਦੇ ਵਿੱਚ ਸੀਐਮ ਰਿਹਾਇਸ਼ ਦੇ ਵਿੱਚ ਹੋਈ। ਦੇਖੋ ਜੀ ਕਿੱਡੀ ਵੱਡੀ ਐਕਟਰੈਸ ਆ, ਉਹਨਾਂ ਨੂੰ ਪੈਸੇ ਦੀ ਕਮੀ ਆ ਕੋਈ? ਤੇ ਸਰਕਾਰ ਸਾਰੇ ਖਾਣੇ ਪੀਣੇ ਦਾ ਖਰਚਾ ਫਿਰ ਸਰਕਾਰ ਤੇ ਪਾਇਆ। ਕਪੂਰਥਲਾ ਉਹ ਸਾਡਾ ਸਰਕਾਰੀ ਗੈਸਟ ਹਾਊਸ ਹੈ ਦਿੱਲੀ 'ਚ, ਇਟਸ ਲਾਈਕ ਪੰਜਾਬ ਭਵਨ। ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਇਹਨਾਂ ਦੀ ਮਾਨਸਿਕਤਾ ਕੀ ਹੈਗੀ। ਮੈਂ ਇਹ ਤੋਂ ਜ਼ਿਆਦਾ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਛਾਣਨਾ ਚਾਹੀਦਾ ਵਾ ਕਿ ਪੰਜਾਬ ਹਿਤੈਸ਼ੀ ਕੌਣ ਹੈ, ਔਰ ਇਹ ਜਿਹੜੇ ਬੰਦੇ ਆਏ ਨੇ ਇਹ ਬਿਲਕੁਲ ਪੰਜਾਬ ਦੇ ਹਿੱਤ ਦੇ ਬੰਦੇ ਨਹੀਂਗੇ। ਇਹਨਾਂ ਦਾ ਪੰਜਾਬ ਨਾਲ, ਸਿੱਖਾਂ ਨਾਲ, ਸਿੱਖੀ ਨਾਲ, ਪੰਜਾਬੀਅਤ ਨਾਲ, ਕਿਸਾਨੀ ਨਾਲ ਕੋਈ ਸਰੋਕਾਰ ਨਹੀਂਗਾ। ਇਹ ਸਿਰਫ ਇੱਕ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੋਕਾਂ ਨੂੰ ਭੁਲੇਖਾ ਪਾ ਕੇ ਤੇ ਆਪਣੀ ਪਾਰਟੀ ਨੂੰ ਅੱਗੇ ਵਧਾ ਰਹੇ ਨੇ। ਇਹ ਸੋਸ਼ਲ ਮੀਡੀਆ ਬੇਸਡ ਪਾਰਟੀ, ਪਬਲਿਸਿਟੀ ਬੇਸਡ ਪਾਰਟੀ ਆ। ਸਾਡਾ 750 ਕਰੋੜ ਰੁਪਈਆ ਖਰਚ ਕੇ ਸਾਰੇ ਮੀਡੀਆ ਨੂੰ ਇਹਨਾਂ ਨੇ ਧਮਕਾਇਆ ਹੋਇਆ, ਸਾਰਾ ਖਰੀਦਿਆ ਹੋਇਆ। ਇਹ ਸਰਕਾਰ ਇਸ ਇਕੱਲੀ ਮੀਡੀਆ ਦੀ ਸਰਕਾਰ ਚੱਲ ਰਹੀ ਹੈ। ਬਿਲਕੁਲ, ਮੈਂ ਇਸ਼ਤਿਹਾਰਬਾਜ਼ੀ ਤੇ ਹੀ ਆਉਣ ਲੱਗਿਆ ਸੀਗਾ, ਔਰ ਮੀਡੀਆ ਨੂੰ ਲੈ ਕੇ ਤੁਸੀਂ ਬਹੁਤ ਟਾਰਗੇਟ ਕਰਦੇ ਹੋ ਸਰਕਾਰ ਨੂੰ ਵੀ ਔਰ ਮੀਡੀਆ ਨੂੰ ਵੀ। ਮੀਡੀਆ ਦੇ ਨਾਲ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਲਾਲ ਝੰਡੀ ਜਿਹੜੀ ਆ, ਕਿਉਂ? ਇਹ ਵੀ ਲੋਕਾਂ ਦੇ ਵਿੱਚ ਨਹੀਂ, ਮੈਂ ਦੇਖੋ, ਮੈਂ ਤਾਂ ਤੁਹਾਨੂੰ ਫਿਰ ਕਹਿੰਦਾ, ਮੈਂ 25-26 ਸਾਲ ਦਾ ਕਦੀ ਮਸਲਾ ਉਠਾਇਆ ਸੀਗਾ? ਕਿਉਂਕਿ ਕਦੀ ਵੀ ਕਿਸੇ ਸਰਕਾਰ ਨੇ ਇਸ ਲੈਵਲ ਤੱਕ ਮੀਡੀਆ ਨੂੰ ਹਾਈਜੈਕ ਨਹੀਂ ਕੀਤਾ ਸੀ। ਠੀਕ ਹੈ, ਸਰਕਾਰਾਂ ਕਰਦੀਆਂ ਆਪਣੀ ਪਬਲਿਸਿਟੀ, ਪੈਸੇ ਵੀ ਖਰਚਦੀਆਂ ਨੇ, ਲੇਕਿਨ ਇਸ ਵੱਡੇ ਬਜਟ ਤੇ 750 ਕਰੋੜ ਰੁਪਏ ਤੇ ਕੋਈ ਇਹਨਾਂ ਨੇ ਕਸਰ ਹੀ ਨਹੀਂ ਛੱਡੀ। ਇਹਨਾਂ ਨੇ ਸਭ ਨੂੰ ਕਰੋੜਾਂ ਰੁਪਏ ਖਰਚ ਕੇ, ਜਿਹੜੇ ਲਾਲਚੀ ਸੀਗੇ ਉਹ ਚੱਕ ਲਏ। ਉਦਾਂ ਜਿਹੜੇ ਆਪਣੇ ਆਪ ਨੂੰ ਬੜਾ ਕਹਿੰਦੇ ਸੀ ਅਸੀਂ ਜੀ ਪੰਜਾਬ ਹਿਤੈਸ਼ੀ ਆ, ਅਸੀਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬੜਾ ਰੋਲ ਅਦਾ ਕੀਤਾ, ਉੱਥੋਂ ਲੋਕਾਂ ਨੇ ਉਹਨਾਂ ਨੂੰ ਚੱਕਿਆ। ਅੱਜ ਉਹ ਸਾਰੇ ਬਕਾਊ ਹੋ ਗਏ ਨੇ। ਔਰ ਮੇਰੀ ਕਿਸੇ ਐਂਕਰ ਨਾਲ ਲੜਾਈ ਨਹੀਂ, ਬਾਈ ਡਿਫਾਲਟ ਵਿੱਚ ਮੋਰੇ ਆਣ ਕੇ ਪੰਗੇ ਲੈ ਰਹੇ ਨੇ। ਸਾਡੀ ਉਹਨਾਂ ਨਾਲ ਸਾਡੀ ਪ੍ਰਿੰਸੀਪਲਡ ਫਾਈਟ ਹੈ ਕਿ ਕੀ ਸਰਕਾਰ ਕੰਪਲੀਟ ਮੀਡੀਆ ਨੂੰ ਹਾਈਜੈਕ ਕਰਕੇ ਡੈਮੋਕ੍ਰੇਸੀ ਵਿੱਚ ਇਹ ਕੰਮ ਦੀ ਆਗਿਆ ਹੋਣੀ ਚਾਹੀਦੀ ਹੈ। ਫਿਰ ਤਾਂ ਸਾਡੀ ਔਰ ਰਸ਼ੀਅਨ ਸਟੇਟਸ ਕੀ ਫਰਕ ਹੈ? ਸਾਡੀ ਤੇ ਚਾਈਨੀਜ਼ ਸਟੇਟ ਦੇ ਵਿੱਚ ਕੀ ਫਰਕ ਹੈਗਾ? ਸਾਡੀ ਔਰ ਹੋਰ ਤਰ੍ਹਾਂ ਦੀ ਜਿਹੜੇ ਇਸ ਤਰ੍ਹਾਂ ਦੇ ਅਨਡੈਮੋਕ੍ਰੈਟਿਕ ਕੰਟਰੀਜ਼ ਆ, ਸਾਡਾ ਤੇ ਉਹਨਾਂ ਦਾ ਕੀ ਅੰਤਰ ਹੈਗਾ? ਔਰ ਤਾਂ ਕਰਕੇ ਸਾਡੀ ਲੜਾਈ, ਔਰ ਤਾਂ ਕਰਕੇ ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ ਵਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਜਿਹੜੇ ਚੈਨਲ ਤੇ ਜਿਹੜੀਆਂ ਅਖਬਾਰਾਂ ਨੇ ਉਹ ਇਹਨਾਂ ਦੇ ਹੱਥ ਠੋਕੇ ਨੇ, ਤੁਹਾਨੂੰ ਗਲਤ ਇਨਫੋਰਮੇਸ਼ਨ, ਇਨਫੈਕਟ ਡਿਸਇਨਫੋਰਮੇਸ਼ਨ ਕੈਂਪੇਨ ਚਲਾ ਰਹੇ ਨੇ ਪੰਜਾਬ ਦੇ ਵਿੱਚ। ਬਿਲਕੁਲ, ਖਹਿਰਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਵੈਲਕਮ। ਤਾਂ ਇਹ ਸਨ ਸਰਦਾਰ ਸੁਖਪਾਲ ਸਿੰਘ ਖਹਿਰਾ, ਜਿਹੜੇ ਕਿ ਪਰਮਿੰਦਰ ਝੋਟੇ ਦੇ ਹੱਕ ਦੇ ਵਿੱਚ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਮਿਲਣ ਦੇ ਲਈ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਪਰਮਿੰਦਰ ਝੋਟੇ ਦਾ ਪੂਰਾ ਜਿਹੜਾ ਸਾਥ ਵੀ ਦੇਵਾਂਗੇ, ਔਰ ਨਾਲ ਹੀ ਨਾਲ ਉਹਨਾਂ ਨੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਇਸ਼ੂਆਂ ਦੇ ਉੱਪਰ ਵੀ ਖੁੱਲ੍ਹ ਕੇ ਜਿਹੜੀ ਆ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਖਹਿਰਾ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।